ਅਸੀਂ ਹੁਣ ਜਿੱਥੋਂ ਆਏ ਹਾਂ, ਜਿੱਥੋਂ ਅਸੀਂ ਦੇਖਦੇ ਪਏ ਹਾਂ ਪ੍ਰਭੂ ਦੇ ਇਸ ਵਚਨ ਨੂੰ, ਅਸੀਂ ਇਹ ਦੇਖਦੇ ਪਏ ਹਾਂ ਕਿ ਉਹਨਾਂ ਨੂੰ ਪ੍ਰਭੂ ਨੇ ਆਲਰੇਡੀ ਉਹ ਜਿਹੜੀ ਸਹੁੰ ਆ ਜਿਹੜੀ ਉਹਨਾਂ ਨੇ ਉੱਥੇ ਜਾ ਕੇ ਚੁੱਕਣੀ ਆ, ਉਹ ਪ੍ਰਭੂ ਨੇ ਆਲਰੇਡੀ ਉਹਨਾਂ ਨੂੰ ਦੱਸ ਦਿੱਤੀ। ਨੰਬਰ 1, ਤੁਸੀਂ ਬੁੱਤ ਪ੍ਰਸਤੀ ਨਹੀਂ ਕਰਨੀ। ਨੰਬਰ 2 ਤੇ ਤੁਸੀਂ ਗੰਦੇ ਕੰਮ ਨਹੀਂ ਕਰਨੇ ਜਿਹੜੇ ਉਹ ਲੋਕ ਕਰਦੇ ਪਏ ਆ। ਔਰ ਨੰਬਰ 3, ਤੁਹਾਡੇ ਵਿੱਚ ਦਇਆ ਹੋਣੀ ਚਾਹੀਦੀ। ਤੁਸੀਂ ਅੰਨੇ ਨੂੰ ਗਲਤ ਰਸਤੇ ਤੇ ਨਹੀਂ ਪਾਉਣਾ, ਗਰੀਬ ਨੂੰ ਸਤਾਉਣਾ ਨਹੀਂ। ਔਰ ਉਹਨਾਂ ਨੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਸਹੁੰਆਂ ਉੱਥੇ ਜਾ ਕੇ ਚੁੱਕਣੀਆਂ, ਲੇਕਿਨ ਮੂਸਾ ਦੇ ਰਾਹੀਂ ਪ੍ਰਭੂ ਨੇ ਇਹ ਉਹਨਾਂ ਨੂੰ ਉਸ ਵਿਧਾਨ ਦੇ ਵਿੱਚ ਲਿਖ ਕੇ ਪਹਿਲਾਂ ਦੇ ਦਿੱਤੀਆਂ। ਸੋ ਮੂਸਾ ਨੂੰ ਇਹ ਸਾਰੀਆਂ ਲਿਖਤਾਂ ਮਿਲ ਗਈਆਂ ਆ। ਹੁਣ ਮੂਸਾ ਇਹ ਪੜ੍ਹਦਾ ਪਿਆ ਉਹਨਾਂ ਦੇ ਬੇਸਿਕਲੀ, ਕਿਉਂਕਿ ਹੁਣ ਮੂਸਾ ਦੇ ਬਹੁਤ ਥੋੜੇ ਦਿਨ ਰਹਿ ਗਏ ਆ। ਹੁਣ ਤੁਸੀਂ ਇਹ ਕਹਿ ਲਓ ਕਿ ਉਹ ਆਖਰੀ ਜਿਹੜਾ 1 ਮਹੀਨਾ ਆ ਉਸ ਦੇ ਵਿੱਚ ਦੀ ਉਹ ਗੁਜ਼ਰਦਾ ਪਿਆ। ਔਰ ਇਹ ਉਸਨੂੰ ਪਤਾ ਕਿ ਜਿਸ ਵੇਲੇ ਮੈਂ ਵਿਵਸਥਾ ਇਹਨਾਂ ਦੇ ਨਾਲ ਪੜ੍ਹ ਲੈਣੀ ਆ, ਉਸ ਤੋਂ ਬਾਅਦ ਮੇਰਾ ਜਿਹੜਾ ਸਮਾਂ ਉਹ ਪੂਰਾ ਹੋ ਜਾਣਾ ਇਸ ਧਰਤੀ ਤੇ। ਸੋ ਆਓ 28ਵਾਂ ਭਾਵ ਹੁਣ ਸਾਨੂੰ ਅਸੀਸਾਂ ਦੇ ਬਾਰੇ ਦੱਸਣਾ ਕਿ ਅਗਰ ਤੁਸੀਂ ਮੇਰੀ ਆਵਾਜ਼ ਨੂੰ ਸੁਣੋਗੇ ਤਾਂ ਤੁਸੀਂ ਅਸੀਸਾਂ ਪ੍ਰਾਪਤ ਕਰੋਗੇ। ਅਸੀਂ 28ਵੇਂ ਭਾਵ ਦੀ 1 ਆਇਤ ਤੋਂ ਲੈ ਕੇ 14 ਆਇਤ ਤੱਕ ਪਹਿਲਾਂ ਪੜਾਂਗੇ। ਮੈਂ ਪੜ੍ਹ ਦਿੰਦਾ ਪਾਸਟਰ ਜੀ। ਸਾਰਿਆਂ ਨੂੰ ਜੈ ਮਸੀਹ ਦੀ। ਸਫਾ ਹੈਗਾ 288 ਪੁਰਾਣੇ ਨੇਮ ਦਾ, ਆਗਿਆਕਾਰੀ ਦੀਆਂ ਅਸੀਸਾਂ। ਜੇਕਰ ਤੁਸੀਂ ਪ੍ਰਭੂ ਆਪਣੇ ਪਰਮੇਸ਼ਰ ਦੀ ਆਵਾਜ਼ ਸੁਣੋਗੇ ਅਤੇ ਉਸਦੇ ਨਿਯਮਾਂ ਤੇ ਹੁਕਮਾਂ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕਰੋਗੇ, ਜਿਨ੍ਹਾਂ ਬਾਰੇ ਅੱਜ ਮੈਂ ਤੁਹਾਨੂੰ ਦੱਸ ਰਿਹਾ ਹਾਂ, ਤਾਂ ਤੁਹਾਡਾ ਪਰਮੇਸ਼ਰ ਤੁਹਾਨੂੰ ਧਰਤੀ ਦੀਆਂ ਸਭ ਕੌਮਾਂ ਤੋਂ ਉੱਚਾ ਕਰੇਗਾ। ਜੇਕਰ ਤੁਸੀਂ ਉਸ ਦੀ ਆਵਾਜ਼ ਦੀ ਪਾਲਣਾ ਕਰੋਗੇ ਤਾਂ ਇਹ ਸਭ ਅਸੀਸਾਂ ਤੁਹਾਨੂੰ ਮਿਲਣਗੀਆਂ। ਪ੍ਰਭੂ ਤੁਹਾਡੇ ਨਗਰਾਂ ਅਤੇ ਖੇਤਾਂ ਨੂੰ ਅਸੀਸ ਦੇਵੇਗਾ। ਪ੍ਰਭੂ ਤੁਹਾਡੀ ਸੰਤਾਨ, ਫਸਲ, ਜਾਨਵਰ, ਮੱਝਾਂ, ਗਾਵਾਂ ਅਤੇ ਭੇਡ ਬੱਕਰੀਆਂ ਨੂੰ ਅਸੀਸ ਦੇਵੇਗਾ। ਪ੍ਰਭੂ ਤੁਹਾਡੀ ਚੰਗੇਰ ਅਤੇ ਪ੍ਰਾਂਤ ਨੂੰ ਅਸੀਸ ਦੇਵੇਗਾ। ਪ੍ਰਭੂ ਤੁਹਾਡੇ ਘਰ ਦੇ ਅੰਦਰ ਜਾਂ ਬਾਹਰ ਕੀਤੇ ਕੰਮ ਤੇ ਅਸੀਸ ਦੇਵੇਗਾ। ਪ੍ਰਭੂ ਤੁਹਾਡੇ ਦੁਸ਼ਮਣਾਂ ਨੂੰ ਤੁਹਾਡੇ ਸਾਹਮਣੇ ਹਰਾ ਦੇਵੇਗਾ। ਉਹ ਇੱਕ ਪਾਸਿਓਂ ਤੁਹਾਡੇ ਤੇ ਹੱਲਾ ਬੋਲਣਗੇ, ਪਰ 7 ਰਾਹਾਂ ਤੋਂ ਹੋ ਕੇ ਤੁਹਾਡੇ ਸਾਹਮਣੇ ਨੱਠਣਗੇ। ਪ੍ਰਭੂ ਤੁਹਾਡੇ ਭੜੋਲਿਆਂ ਅਤੇ ਤੁਹਾਡੇ ਹੱਥਾਂ ਦੇ ਹਰ ਕੰਮ ਤੇ ਅਸੀਸ ਦੇਵੇਗਾ। ਉਹ ਤੁਹਾਨੂੰ ਉਸ ਧਰਤੀ ਤੇ ਅਸੀਸਤ ਕਰੇਗਾ ਜੋ ਉਹ ਆਪ ਤੁਹਾਨੂੰ ਦੇ ਰਿਹਾ ਹੈ। ਜੇਕਰ ਤੁਸੀਂ ਪ੍ਰਭੂ ਆਪਣੇ ਪਰਮੇਸ਼ਰ ਦੇ ਹੁਕਮਾਂ ਨੂੰ ਮੰਨੋਗੇ ਅਤੇ ਉਸ ਦੇ ਰਾਹਾਂ ਤੇ ਚੱਲੋਗੇ, ਤਾਂ ਉਹ ਤੁਹਾਨੂੰ ਆਪਣੀ ਚੁੱਕੀ ਸਹੁੰ ਅਨੁਸਾਰ ਆਪਣੇ ਪਵਿੱਤਰ ਲੋਕ ਬਣਾਵੇਗਾ। ਇਹ ਸਭ ਧਰਤੀ ਦੇ ਸਾਰੇ ਲੋਕ ਦੇਖਣਗੇ ਕਿ ਪ੍ਰਭੂ ਨੇ ਤੁਹਾਨੂੰ ਆਪਣੇ ਨਾਂ ਦੀ ਖਾਤਰ ਚੁਣਿਆ ਹੈ ਅਤੇ ਉਹ ਤੁਹਾਡੇ ਤੋਂ ਡਰਨਗੇ। ਪ੍ਰਭੂ ਤੁਹਾਨੂੰ ਬਹੁਤ ਅਸੀਸ ਦੇਵੇਗਾ। ਉਹ ਤੁਹਾਡੀ ਸੰਤਾਨ, ਪਸ਼ੂਆਂ ਅਤੇ ਜ਼ਮੀਨਾਂ ਦੀ ਪੈਦਾਵਾਰ ਨੂੰ ਬਹੁਤ ਵਧਾਵੇਗਾ। ਇਹ ਸਭ ਉਹ ਉਸ ਧਰਤੀ ਤੇ ਕਰੇਗਾ ਜਿਸ ਦੇ ਦੇਣ ਦੀ ਸਹੁੰ ਉਸਨੇ ਤੁਹਾਡੇ ਪੁਰਖਿਆਂ ਨਾਲ ਚੁੱਕੀ ਸੀ। ਪ੍ਰਭੂ ਹਰ ਮੌਸਮ ਤੇ ਤੁਹਾਡੇ ਲਈ ਆਪਣੇ ਆਕਾਸ਼ਾਂ ਦੇ ਚੰਗੇ ਖਜ਼ਾਨੇ ਵਿੱਚੋਂ ਮੀਂਹ ਦਾ ਦਾਨ ਤੁਹਾਡੀ ਧਰਤੀ ਤੇ ਕੱਲੇਗਾ। ਉਹ ਤੁਹਾਡੇ ਹੱਥਾਂ ਦੇ ਹਰ ਕੰਮ ਨੂੰ ਅਸੀਸ ਦੇਵੇਗਾ, ਇੱਥੋਂ ਤੱਕ ਕਿ ਤੁਸੀਂ ਹੋਰਨਾਂ ਕੌਮਾਂ ਨੂੰ ਕਰਜ਼ਾ ਦੇਵੋਗੇ, ਪਰ ਤੁਸੀਂ ਆਪ ਕਿਸੇ ਤੋਂ ਨਹੀਂ ਮੰਗੋਗੇ। ਜੇਕਰ ਤੁਸੀਂ ਪ੍ਰਭੂ ਆਪਣੇ ਪਰਮੇਸ਼ਰ ਦੇ ਇਹਨਾਂ ਹੁਕਮਾਂ ਦੀ, ਜੋ ਮੈਂ ਤੁਹਾਨੂੰ ਅੱਜ ਦੇ ਰਿਹਾ ਹਾਂ, ਪਾਲਣਾ ਕਰੋਗੇ, ਤਾਂ ਪ੍ਰਭੂ ਤੁਹਾਨੂੰ ਦੂਜੀਆਂ ਕੌਮਾਂ ਦਾ ਸਰਦਾਰ ਬਣਾਵੇਗਾ, ਨਾ ਕਿ ਉਹਨਾਂ ਦੇ ਪਿੱਛੇ ਚੱਲਣ ਵਾਲੇ। ਤੁਸੀਂ ਹਰ ਸਮੇਂ ਉਤਾਂਹ ਹੀ ਉੱਠੋਗੇ, ਨਾ ਕਿ ਥੱਲੇ ਜਾਵੋਗੇ। ਪਰ ਸ਼ਰਤ ਇਹ ਹੈ ਕਿ ਤੁਸੀਂ ਇਹਨਾਂ ਸਭ ਗੱਲਾਂ ਵੱਲੋਂ ਜੋ ਅੱਜ ਮੈਂ ਤੁਹਾਨੂੰ ਦੱਸ ਰਿਹਾ ਹਾਂ, ਨਾ ਪਿੱਛੇ ਹਟੋ, ਨਾ ਅੱਗੇ, ਅਤੇ ਨਾ ਤੁਸੀਂ ਦੂਜੇ ਦੇਵਤਿਆਂ ਦੀ ਪੂਜਾ ਕਰੋ। ਪੜ੍ਹੇ ਸੁਣੇ ਜਾਣ ਤੇ ਸਾਰਿਆਂ ਨੂੰ ਸ਼ੀਸ਼ ਬਰਕਤ ਮਿਲੇ। ਬੇਸਿਕਲੀ ਪ੍ਰਭੂ ਨੇ ਉਹਨਾਂ ਨੂੰ ਕਿਹੜੇ ਹੁਕਮ ਦਿੱਤੇ ਜਿਹੜੇ ਅਸੀਂ ਪਿੱਛੇ ਪੜ੍ਹ ਕੇ ਆਏ। ਨੰਬਰ 1 ਕਿ ਤੁਸੀਂ ਆਪਣੇ ਪ੍ਰਭੂ ਪਰਮੇਸ਼ਰ ਦੀ ਆਵਾਜ਼ ਤੋਂ ਇਲਾਵਾ ਹੋਰ ਤੁਸੀਂ ਕੋਈ ਨਾ ਘੜੀ ਮੂਰਤ ਨਾ ਸੂਰਤ ਕੋਈ ਚੀਜ਼ ਨਹੀਂ। ਜਿਹੜਾ ਵਚਨ ਤੁਹਾਡੀਆਂ ਹੱਥਾਂ ਦੇ ਵਿੱਚ ਦਿੱਤਾ ਗਿਆ, ਇਸ ਵਚਨ ਦੀ ਤੁਸੀਂ ਪਾਲਣਾ ਕਰਨੀ ਹੈ। ਪ੍ਰਭੂ ਦੀ ਆਵਾਜ਼ ਨੂੰ ਸੁਣਨ ਦੇ ਲਈ ਆਪਣੇ ਕੰਨਾਂ ਨੂੰ ਹਰ ਵੇਲੇ ਤਿਆਰ ਰੱਖਣਾ। ਦੂਸਰੀ ਚੀਜ਼, ਕਿਸੇ ਤਰ੍ਹਾਂ ਦੀ ਜਿਹੜੀਆਂ ਗੰਦੇ ਕੰਮ ਆ
ਉਹ ਤੁਸੀਂ ਨਹੀਂ ਕਰਨੇ, ਜਿਹੜੇ ਉਹ ਲੋਕ ਕਰਦੇ ਆ ਉਹ ਕੰਮ ਤੁਸੀਂ ਨਹੀਂ ਕਰਨੇ। ਤੀਸਰੀ ਚੀਜ਼, ਤੁਹਾਡੇ ਦਿਲ ਦੇ ਵਿੱਚ ਹਮੇਸ਼ਾ ਦਇਆ ਹੋਣੀ ਚਾਹੀਦੀ ਹੈ, ਆਪਣੇ ਭਰਾ ਦੇ ਲਈ, ਆਪਣੇ ਲੋਕਾਂ ਦੇ ਲਈ, ਔਰ ਪਰਦੇਸੀਆਂ ਦੇ ਲਈ, ਨੱਠ ਕੇ ਆਇਓ ਗੁਲਾਮਾਂ ਦੇ ਵੀ ਲਈ, ਔਰ ਇਹਨਾਂ ਸਭ ਦੇ ਲਈ ਤੁਹਾਡੇ ਦਿਲ ਦੇ ਵਿੱਚ ਦਇਆ ਹੋਣੀ ਚਾਹੀਦੀ ਹੈ। ਤੀਸਰੀ ਚੀਜ਼, ਤੁਸੀਂ ਕਿਸੇ ਵੀ ਯਾਨੀ ਕਿ ਕਿਸੇ ਅੰਨੇ ਨੂੰ, ਜਾਂ ਕਹਿਣ ਦਾ ਕੀ ਮਤਲਬ ਜਿਹੜਾ ਹੈਂਡੀਕੈਪ ਇਨਸਾਨ, ਜਾਂ ਜਿਹੜੇ ਕਿਸੇ ਨੂੰ ਬੁਰੇ ਗਲਤ ਰਸਤੇ ਤੇ ਤੁਸੀਂ ਨਹੀਂ ਪਾਉਣਾ। ਤੁਸੀਂ ਜਿਸ ਧਰਤੀ ਤੇ ਜਾ ਰਹੇ ਆ ਉਸ ਨੂੰ ਆਪਣੇ ਪ੍ਰਭੂ ਦੇ ਨਾਮ ਦੇ ਵਿੱਚ ਪਵਿੱਤਰ ਰੱਖਣਾ। ਤੁਸੀਂ ਲੇਵੀਆਂ ਦਾ ਖਿਆਲ ਰੱਖਣਾ। ਅਸੀਂ ਜਿਹੜਾ ਪਿੱਛੇ ਦੇਖ ਕੇ ਆਏ ਆ, ਪ੍ਰਭੂ ਦੇ ਖਜ਼ਾਨੇ ਦੇ ਵਿੱਚ ਹਮੇਸ਼ਾ ਚੀਜ਼ਾਂ ਹੋਣੀਆਂ ਚਾਹੀਦੀਆਂ ਜਿਹੜੀਆਂ ਤੁਹਾਡੇ ਵੱਲੋਂ ਹੋਣ। ਉਸ ਦੇ ਨਾਲ ਬਾਕੀ ਜਿਹੜੇ ਉੱਥੇ ਦੇ ਅਨਾਥ, ਜਿਹੜੇ ਉੱਥੇ ਦੇ ਜਿਹੜੀਆਂ ਵਿਧਵਾਵਾਂ ਆ, ਔਰ ਜਿਹੜੇ ਪਰਦੇਸੀ ਆ, ਜਿਹੜੇ ਦੌੜ ਕੇ ਆਇਓ ਗੁਲਾਮ ਆ, ਜਾਂ ਤੁਹਾਡੇ ਕੋਲ ਕੋਈ ਸ਼ਰਨਾਰਥੀ ਆ ਗਿਆ, ਉਸ ਦੇ ਲਈ ਹਮੇਸ਼ਾ ਖਾਣ ਦੇ ਲਈ ਹੋਣਾ ਚਾਹੀਦਾ, ਰਹਿਣ ਦੇ ਲਈ ਜਗ੍ਹਾ ਹੋਣੀ ਚਾਹੀਦੀ ਹੈ। ਠੀਕ, ਸੋ ਪ੍ਰਭੂ ਨੇ ਇਹ ਸਾਰੇ ਉਹਨਾਂ ਨੂੰ ਨਿਯਮ ਦਿੱਤੇ ਆ। ਤੁਹਾਡੀ ਧਰਤੀ ਤੇ ਇਹ ਸਾਰੇ ਨਿਯਮ ਹੋਣੇ ਚਾਹੀਦੇ। ਇਹ ਚੀਜ਼ਾਂ ਤੁਹਾਡੀ ਧਰਤੀ ਤੇ ਹੋਣਗੀਆਂ ਤੇ ਮੈਂ ਤੁਹਾਨੂੰ ਹਮੇਸ਼ਾ ਸਰਦਾਰ ਬਣਾਉਂਗਾ, ਪੂਛਾਂ ਨਹੀਂ। ਤੁਸੀਂ ਹਮੇਸ਼ਾ ਸਿਰ ਹੋਵੋਗੇ ਸਾਰਿਆਂ ਦਾ, ਪੂਛਾਂ ਨਹੀਂ ਹੋਵੋਗੇ। ਤੁਸੀਂ ਹਮੇਸ਼ਾ ਬਾਕੀ ਦੀਆਂ ਕੌਮਾਂ ਦੇ ਵਿੱਚ ਮੈਂ ਤੁਹਾਨੂੰ ਹਮੇਸ਼ਾ ਉੱਚਾ ਕਰੂੰਗਾ। ਔਰ ਕਿਉਂ ਕਰੂੰਗਾ? ਆਪਣੇ ਨਾਮ ਦੀ ਖਾਤਰ, ਆਪਣੇ ਨਾਮ ਦੀ ਖਾਤਰ। ਐਂਡ ਦੈਟਸ ਦ ਬੇਸਿਕ ਚੀਜ਼, ਜਿਹੜੀ ਸਾਰਿਆਂ ਨਾਲੋਂ ਮੇਨ ਚੀਜ਼ ਆ, ਉਹ ਇਹੋ ਹੀ ਆ, ਆਪਣੇ ਨਾਮ ਦੀ ਖਾਤਰ। ਇੱਥੇ ਤੱਕ ਕਿ ਪ੍ਰਭੂ ਨੇ ਆਪਣੇ ਨਾਮ ਦੀ ਖਾਤਰ ਇਹਨਾਂ ਦੇ ਜਿਹੜੇ ਰਸਤੇ ਆ, ਜਿਹੜੇ ਵਿਗੜੇ ਹੋਏ ਰਸਤੇ ਆ, ਇਹਨਾਂ ਨੂੰ ਵਿਗੜਿਆਂ ਰਸਤਿਆਂ ਤੋਂ ਵੀ ਵਾਪਸ ਲੈ ਕੇ ਆਉਣਾ, ਕਿਉਂਕਿ ਉਸਦੇ ਨਾਮ ਦੀ ਨਿੰਦਾ ਹੁੰਦੀ ਪਈ ਹੈ। ਸੋ ਜਿਹੜੀ ਇੱਥੇ ਮੇਨ ਆਇਤ ਹੈ ਉਹ ਹੈ 10ਵੀਂ ਇਸ ਚੈਪਟਰ ਦੇ ਵਿੱਚ। ਜਿਹੜੀ ਪਹਿਲੀਆਂ 14 ਆਇਤਾਂ ਦੇ ਵਿੱਚ ਜਿਹੜੀ ਮੇਨ ਆਇਤ ਆ, ਉਹ ਹੈ ਆਇਤ ਜਿਹੜੀ ਵਰਸ 10, ਫॉर ਮਾਈ ਨੇਮ ਸੇਕ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਕਰਨੀਆਂ, ਇਹ ਮੈਂ ਆਪਣੇ ਨਾਮ ਦੀ ਖਾਤਰ ਕਰਨੀ ਆ। ਜ਼ਿਕਰ ਨਬੀ ਦੇ ਵਿੱਚ ਅਸੀਂ ਇੱਕ ਹਿੱਸਾ ਦੇਖਾਂਗੇ, ਬਹੁਤ ਚਿਰ ਹੋ ਗਿਆ ਉਸ ਹਿੱਸੇ ਨੂੰ ਦੇਖੇ ਨੂੰ। ਇਹ ਬੜੇ ਬਰਕਤਾਂ ਵਾਲੇ ਹਿੱਸੇ ਆ ਜਿਹੜੇ ਪ੍ਰਭੂ ਦੇ ਵਚਨ ਦੇ ਵਿੱਚੋਂ ਅਸੀਂ ਦੇਖਦੇ ਹਾਂ। ਔਰ ਅਸੀਂ ਆ ਜੋ 1292 ਪੰਨਾ, ਅਗਰ ਤੁਹਾਡੇ ਕੋਲ ਨਵੀਆਂ ਪੰਜਾਬੀ ਦੀਆਂ ਬਾਈਬਲਾਂ, ਚੈਪਟਰ 36 ਅਜ਼ੀਕਲ ਦਾ, ਅਸੀਂ ਉਸ ਦੀ 16 ਆਇਤ ਤੋਂ ਲੈ ਕੇ ਅਜ਼ੀਕਲ ਚੈਪਟਰ 36 verse 16 to 32 मैं पढ़ देनी पास्टर जी। 16 ਤੋਂ 32 ਆਇਤ। ਓਕੇ ਜੀ। ਇਜ਼ਰਾਈਲ ਦਾ ਨਵਾਂ ਜੀਵਨ। ਪ੍ਰਭੂ ਨੇ ਮੈਨੂੰ ਕਿਹਾ, ਮਾਨਵ ਪੁੱਤਰ, ਜਦੋਂ ਇਜ਼ਰਾਈਲੀ ਲੋਕ ਆਪਣੀ ਧਰਤੀ ਉੱਤੇ ਰਹਿੰਦੇ ਸਨ ਤਾਂ ਉਹਨਾਂ ਨੇ ਇਸੇ ਨੂੰ ਆਪਣੇ ਬੁਰੇ ਕੰਮਾਂ ਦੁਆਰਾ ਭ੍ਰਸ਼ਟ ਕੀਤਾ ਸੀ। ਉਹਨਾਂ ਦਾ ਜੀਵਨ ਮੇਰੇ ਸਾਹਮਣੇ ਉਸ ਔਰਤ ਵਾਂਗ ਅਸ਼ੁੱਧ ਸੀ ਜੋ ਰੀਤ ਅਨੁਸਾਰ ਅਸ਼ੁੱਧ ਹੋਵੇ। ਮੈਂ ਉਹਨਾਂ ਉੱਤੇ ਆਪਣੇ ਗੁੱਸੇ ਦੇ ਜ਼ੋਰ ਨੂੰ ਪ੍ਰਗਟ ਹੋਣ ਦਿੱਤਾ, ਕਿਉਂਕਿ ਉਹਨਾਂ ਨੇ ਆਪਣੀ ਧਰਤੀ ਉੱਤੇ ਬਹੁਤ ਲਹੂ ਬਹਾਇਆ ਸੀ ਅਤੇ ਉਸ ਨੂੰ ਬੁੱਤ ਪੂਜਾ ਨਾਲ ਭ੍ਰਸ਼ਟ ਕੀਤਾ ਸੀ। ਇਸ ਲਈ ਮੈਂ ਉਹਨਾਂ ਦੇ ਕੀਤੇ ਦੀ ਸਜ਼ਾ ਦਿੱਤੀ ਅਤੇ ਉਹਨਾਂ ਨੂੰ ਪਰਾਏ ਦੇਸ਼ਾਂ ਵਿੱਚ ਖਿਲਾਰ ਦਿੱਤਾ। ਉਹ ਜਿੱਥੇ ਕਿਤੇ ਵੀ ਗਏ ਉਹਨਾਂ ਬਾਰੇ ਕਹਿੰਦੇ ਸਨ, ਇਹਨਾਂ ਲੋਕਾਂ ਨੂੰ ਉਹ ਧਰਤੀ ਛੱਡਣੀ ਪਈ ਹੈ ਜੋ ਉਹਨਾਂ ਦੇ ਪਰਮੇਸ਼ਵਰ ਨੇ ਇਹਨਾਂ ਨੂੰ ਦਿੱਤੀ ਸੀ। ਇਸ ਕਾਰਨ ਮੈਨੂੰ ਆਪਣੇ ਪਵਿੱਤਰ ਨਾਂ ਦੀ ਚਿੰਤਾ ਹੋਈ, ਕਿਉਂਕਿ ਇਜ਼ਰਾਈਲੀ ਜਿੱਥੇ ਵੀ ਜਾਂਦੇ ਸਨ ਮੇਰੇ ਨਾਂ ਦਾ ਅਪਮਾਨ ਕਰਦੇ ਸਨ। ਇਸ ਲਈ ਤੂੰ ਇਜ਼ਰਾਈਲੀ ਲੋਕਾਂ ਨੂੰ ਇਹ ਸੰਦੇਸ਼ ਦੇ ਜੋ ਮੈਂ ਪ੍ਰਭੂ ਪਰਮੇਸ਼ਵਰ ਉਹਨਾਂ ਨੂੰ ਦੇ ਰਿਹਾ ਹਾਂ। ਜੋ ਮੈਂ ਕਰਨ ਜਾ ਰਿਹਾ ਹਾਂ ਉਹ ਇਜ਼ਰਾਈਲੀ ਲੋਕਾਂ ਲਈ ਨਹੀਂ ਹੈ, ਸਗੋਂ ਮੈਂ ਆਪਣੇ ਪਵਿੱਤਰ ਨਾਂ ਲਈ ਕਰ ਰਿਹਾ ਹਾਂ, ਜਿਸ ਨੂੰ ਤੁਸੀਂ ਹਰ ਦੇਸ਼ ਵਿੱਚ ਅਪਮਾਨਿਤ ਕੀਤਾ, ਜਿੱਥੇ ਵੀ ਤੁਸੀਂ ਗਏ ਸਾਓ। ਜਦੋਂ ਮੈਂ ਉਸਦੀ ਪਵਿੱਤਰਤਾ ਨੂੰ ਕੌਮਾਂ ਉੱਤੇ ਪ੍ਰਗਟ ਕਰਾਂਗਾ ਜਿਸ ਨੂੰ ਤੁਸੀਂ ਅਪਮਾਨਿਤ ਕੀਤਾ ਸੀ, ਤਾਂ ਉਹ ਜਾਣਨਗੇ ਕਿ ਮੈਂ ਪ੍ਰਭੂ ਹਾਂ। ਮੈਂ ਪ੍ਰਭੂ ਪਰਮੇਸ਼ਵਰ ਨੇ ਇਹ ਕਿਹਾ ਹੈ।
ਮੈਂ ਤੁਹਾਡੀ ਵਰਤੋਂ ਉਹਨਾਂ ਲੋਕਾਂ ਸਾਹਮਣੇ ਇਹ ਪ੍ਰਗਟ ਕਰਨ ਲਈ ਕਰਾਂਗਾ ਕਿ ਮੈਂ ਪਵਿੱਤਰ ਹਾਂ। ਮੈਂ ਤੁਹਾਨੂੰ ਹਰ ਧਰਤੀ ਅਤੇ ਦੇਸ਼ ਤੋਂ ਵਾਪਸ ਤੁਹਾਡੀ ਆਪਣੀ ਧਰਤੀ ਉੱਤੇ ਲਿਆਵਾਂਗਾ। ਮੈਂ ਤੁਹਾਡੇ ਉੱਤੇ ਪਵਿੱਤਰ ਪਾਣੀ ਛਿੜਕ ਕੇ ਤੁਹਾਨੂੰ ਤੁਹਾਡੇ ਸਭ ਬੁੱਤਾਂ ਅਤੇ ਬਾਕੀ ਸਭ ਚੀਜ਼ਾਂ ਤੋਂ ਜਿਨ੍ਹਾਂ ਤੁਹਾਨੂੰ ਸ਼ੁੱਧ ਕੀਤਾ ਸ਼ੁੱਧ ਕਰਾਂਗਾ। ਮੈਂ ਤੁਹਾਨੂੰ ਨਵਾਂ ਮਨ ਅਤੇ ਦਿਲ ਦੇਵਾਂਗਾ। ਮੈਂ ਤੁਹਾਡਾ ਪੱਥਰ ਵਰਗਾ ਦਿਲ ਕੱਢ ਕੇ ਉਸ ਦੀ ਥਾਂ ਆਗਿਆਕਾਰੀ ਦਿਲ ਪਾਵਾਂਗਾ। ਮੈਂ ਤੁਹਾਡੇ ਅੰਦਰ ਆਪਣਾ ਆਤਮਾ ਘੱਲਾਂਗਾ ਤਾਂ ਜੋ ਤੁਸੀਂ ਮੇਰੀਆਂ ਤੁਹਾਨੂੰ ਦਿੱਤੀਆਂ ਵਿਧੀਆਂ ਅਤੇ ਨਿਯਮਾਂ ਦੀ ਪਾਲਣਾ ਕਰੋ। ਤਦ ਤੁਸੀਂ ਉਸ ਧਰਤੀ ਉੱਤੇ ਰਹੋਗੇ ਜੋ ਮੈਂ ਤੁਹਾਡੇ ਪੁਰਖਿਆਂ ਨੂੰ ਦਿੱਤੀ ਸੀ। ਤੁਸੀਂ ਮੇਰੇ ਲੋਕ ਹੋਵੋਗੇ ਅਤੇ ਮੈਂ ਤੁਹਾਡਾ ਪਰਮੇਸ਼ਵਰ ਹੋਵਾਂਗਾ। ਮੈਂ ਤੁਹਾਨੂੰ ਉਸ ਹਰ ਚੀਜ਼ ਤੋਂ ਬਚਾਵਾਂਗਾ ਜੋ ਤੁਹਾਨੂੰ ਅਸ਼ੁੱਧ ਕਰਦੀ ਹੈ। ਮੈਂ ਤੁਹਾਡੀ ਫਸਲ ਨੂੰ ਸੰਘਣਾ ਕਰਾਂਗਾ ਤਾਂ ਜੋ ਤੁਹਾਨੂੰ ਅੱਗੇ ਤੋਂ ਅਕਾਲ ਦਾ ਮੂੰਹ ਨਾ ਦੇਖਣਾ ਪਵੇ। ਮੈਂ ਤੁਹਾਡੇ ਰੁੱਖਾਂ ਅਤੇ ਖੇਤਾਂ ਨੂੰ ਇੰਨਾ ਫਲਦਾਰ ਕਰਾਂਗਾ ਕਿ ਤੁਹਾਨੂੰ ਅਕਾਲ ਦਾ ਸਾਹਮਣਾ ਕਰਕੇ ਵੀ ਦੂਜੀਆਂ ਕੌਮਾਂ ਦੇ ਸਾਹਮਣੇ ਸ਼ਰਮਿੰਦੇ ਨਾ ਹੋਣਾ ਪਵੇ। ਤਦ ਤੁਸੀਂ ਆਪਣੀ ਦੁਸ਼ਟਤਾ ਅਤੇ ਕੀਤੇ ਅਪਰਾਧਾਂ ਨੂੰ ਯਾਦ ਕਰੋਗੇ। ਤੁਸੀਂ ਆਪਣੇ ਪਾਪਾਂ ਅਤੇ ਬੁਰਾਈ ਦੇ ਕਾਰਨ ਆਪਣੇ ਆਪ ਨੂੰ ਘਿਰਣਾ ਕਰੋਗੇ। ਇਜ਼ਰਾਈਲ, ਮੈਂ ਚਾਹੁੰਦਾ ਹਾਂ ਕਿ ਤੂੰ ਜਾਣੇ ਕਿ ਮੈਂ ਇਹ ਸਭ ਤੇਰੀ ਖਾਤਰ ਕਰ ਰਿਹਾ ਹਾਂ। ਮੈਂ ਚਾਹੁੰਦਾ ਹਾਂ ਕਿ ਤੂੰ ਆਪਣੇ ਕੀਤੇ ਉੱਤੇ ਸ਼ਰਮਿੰਦਗੀ ਅਨੁਭਵ ਕਰੇ। ਮੈਂ ਪ੍ਰਭੂ ਪਰਮੇਸ਼ਵਰ ਨੇ ਕਿਹਾ ਹੈ। ਪ੍ਰਭੂ ਪਰਮੇਸ਼ਵਰ ਇੱਥੇ ਤੱਕ ਓਕੇ। ਗਾਂ ਜਿਸਨੇ ਪੜ੍ਹਨਾ ਹੋਵੇ ਪੜ੍ਹ ਲਓ। It's a beautiful chapter 37, chapter 38, 39. They are beautiful chapters ਜਿਹੜੇ ਅੱਗੇ ਆਉਂਦੇ ਪਏ ਆ। ਸੋ ਇਹ ਕਿਸ ਸਮੇਂ ਹੋਇਆ ਸੀ? ਇਹ ਬੇਸਿਕਲੀ ਜਿਸ ਵੇਲੇ ਅਸੀਂ ਦਾਨੀਅਲ ਦੇ ਸਮੇਂ ਜਿਸ ਵੇਲੇ ਸਾਇਰਸ ਰਾਜਾ ਆਇਆ ਸੀ, ਉਸਨੂੰ ਖੋਰਸ ਵੀ ਕਿਹਾ ਜਾਂਦਾ, ਔਰ ਉਸਨੂੰ ਜਿਹੜੇ ਸਾਡੇ ਜਿਹੜੇ ਇੰਡੀਆ ਦੇ ਵਿੱਚ ਜਿਹੜੇ ਜੱਟਾਂ ਦਾ ਜਿਹੜਾ ਰਾਜਾ ਵੀ ਉਸਨੂੰ ਕਿਹਾ ਜਾਂਦਾ। ਬੇਸਿਕਲੀ ਉਸਦਾ ਰਾਜ ਜਿਸ ਵੇਲੇ ਅਸੀਂ ਜਾਣਦੇ ਹਾਂ ਉਸਦਾ ਜਿਹੜਾ ਰਾਜ ਸੀਗਾ ਉਹ ਬੇਸਿਕਲੀ ਬਿਆਸ ਦਰਿਆ ਤੱਕ ਉਸਦਾ ਰਾਜ ਸੀਗਾ ਪੰਜਾਬ ਦੇ ਵਿੱਚ, ਔਰ ਨਾਲ ਨਾਲ ਚੱਲਦਿਆਂ ਰਾਜਸਥਾਨ ਔਰ ਬੰਬੇ ਤੱਕ ਉਸਦਾ ਰਾਜ ਸੀ। ਔਰ ਉੱਥੇ ਤੱਕ ਉਸ ਦੀਆਂ ਉਸ ਸਮੇਂ ਯਹੂਦੀ ਉੱਥੇ ਜਾ ਕੇ ਉਸ ਸਮੇਂ ਦੇ ਵਸਿਓ ਸੀ। ਔਰ ਅੱਜ ਵੀ ਤੁਸੀਂ ਬੰਬੇ ਜਾਓਗੇ ਤਾਂ ਤੁਹਾਨੂੰ ਬਹੁਤ ਯਹੂਦੀਆਂ ਦੇ ਪੁਰਾਣੇ ਜਿਹੜੇ ਘਰ ਆ ਉਹਨਾਂ ਦੇ ਉਹ ਬਹੁਤ ਤੁਹਾਨੂੰ ਮਿਲਣਗੇ। ਰਾਜਾ ਖੋਰਸ ਤੋਂ ਜਿਹੜੇ ਈਰਾਨ ਦੇ ਤੋਂ ਲੋਕ ਗਏ ਹੋ ਆ, ਜਿਹੜੇ ਉੱਥੇ ਜਾ ਕੇ ਬਸੇ ਹੋ ਆ, ਜਿਹਨਾਂ ਨੂੰ ਜ਼ੋਰਾਸਟਰਨਸ ਕਹਿੰਦੇ ਹੈਗੇ ਆ, ਉਹ ਲੋਕ ਉੱਥੇ ਬਹੁਤ ਬਸੇ ਹੋ ਆ। So basically they are also called people of the flame ਵੀ ਕਹਿੰਦੇ ਆ। ਸੋ ਉਹ ਅੱਗ ਦੀ ਪੂਜਾ ਕਰਦੇ ਆ, ਜਿਸ ਤਰ੍ਹਾਂ ਕਿ ਅਬਰਾਹਮ ਅੱਗ ਦੇ ਉੱਤੇ ਬਲੀਆਂ ਦਿੰਦਾ ਹੁੰਦਾ ਸੀ। ਉਸਨੂੰ ਖੋਲ ਕੇ ਅਸੀਂ ਉੱਥੇ ਜਾ ਕੇ ਦੇਖਾਂਗੇ ਜਦੋਂ ਅਸੀਂ ਦਾਨੀਅਲ ਦੀ ਪੁਸਤਕ ਦੇ ਵਿੱਚ ਪਹੁੰਚਾਂਗੇ। ਲੇਕਿਨ ਜੋ ਅਸੀਂ ਇੱਥੇ ਦੇਖਦੇ ਪਏ, ਜਿਹੜੀ ਚੀਜ਼ ਮੈਂ ਇੱਥੇ ਆਪਾਂ ਜਿਹੜੀ ਦੇਖਣੀ ਮੰਗਦੇ ਹਾਂ ਉਹ ਇਹ ਦੇਖਣੀ ਮੰਗਦੇ ਹਾਂ ਕਿ ਆਪਣੇ ਨਾਮ ਦੀ ਖਾਤਰ ਪ੍ਰਭੂ ਕੀ ਕੁਛ ਕਰ ਜਾਂਦਾ, ਕਿੰਨੀ ਬਦਕਾਰੀ ਸਾਡੀ ਮਾਫ ਕਰ ਜਾਂਦਾ, ਕਿ ਉਸਦੇ ਪਵਿੱਤਰ ਨਾਮ ਦੀ ਨਿੰਦਾ ਨਾ ਹੋਏ। ਸੋ ਸਾਨੂੰ ਵੀ ਇਸੇ ਤਰ੍ਹਾਂ ਪ੍ਰਭੂ ਦੇ ਨਾਮ ਨੂੰ ਪਵਿੱਤਰ ਰੱਖਣ ਦੇ ਲਈ ਜਿਹੜੀਆਂ ਉਸਨੇ ਸਾਨੂੰ ਚੀਜ਼ਾਂ ਦੱਸੀਆਂ ਆ ਕਰਨ ਦੇ ਲਈ, ਉਹ ਸਾਨੂੰ ਉਹਨਾਂ ਦੇ ਉੱਤੇ ਆਪਣਾ ਧਿਆਨ ਰੱਖਣਾ ਚਾਹੀਦਾ, ਔਰ ਸਾਨੂੰ ਉਹਨਾਂ ਦੇ ਅਨੁਸਾਰ ਚੱਲਣਾ ਚਾਹੀਦਾ। ਔਰ ਉਹਦੇ ਵਿੱਚ ਸਾਡੀ ਬਰਕਤ ਆ, ਉਹਦੇ ਵਿੱਚ ਕੋਈ ਨੁਕਸਾਨ ਨਹੀਂ। ਜੇ ਪ੍ਰਭੂ ਨੇ ਸਾਨੂੰ ਉਸਨੇ ਬੇਸਿਕਲੀ 4 ਜਾਂ 5 ਤਿਉਹਾਰ ਸਾਡੇ ਕੋਲ ਆ, ਔਰ ਉਹ ਮਸੀਹ ਦੇ ਵਿੱਚ ਵੀ ਉਹ ਸਾਰੇ ਤਿਉਹਾਰ ਪੂਰੇ ਹੁੰਦੇ। ਸਬਤ ਦਾ ਤਿਉਹਾਰ ਸਾਨੂੰ ਦਿੱਤਾ ਗਿਆ ਜਿਹੜਾ ਅਸੀਂ ਸਾਲ 'ਚ 52 ਵਾਰੀ ਮਨਾਉਂਦੇ ਹਾਂ, ਔਰ ਉਹ ਅਸੀਂ ਸਬਤ ਜਿਹੜਾ ਸਾਡਾ ਸਬਤ ਉਹ ਐਤਵਾਰ ਨੂੰ ਪ੍ਰਭੂ ਯਿਸੂ ਮਸੀਹ ਐਤਵਾਰ ਵਾਲੇ ਦਿਨ ਮੁਰਦਿਆਂ ਦੇ ਵਿੱਚੋਂ ਜੀ ਉੱਠੇ ਸੀਗੇ। ਸੋ ਅਸੀਂ ਸਾਡਾ ਜਿਹੜਾ ਸਬਤ ਆ ਉਹ ਬੇਸਿਕਲੀ ਸੰਡੇ ਨੂੰ ਅਸੀਂ ਮਨਾਉਂਦੇ ਹਾਂ। ਆਪਣੀ ਕੋਸ਼ਿਸ਼ ਕਰੋ ਕਿ ਪ੍ਰਭੂ ਦੇ ਘਰ ਨੂੰ ਮਿਸ ਨਾ ਕਰੋ। ਤੁਸੀਂ ਜਿੱਥੇ ਬੈਠੇ ਹੋ, ਇਹ ਬਾਈਬਲ ਸਟੱਡੀਆਂ ਆਪਣੀ ਜਗ੍ਹਾ ਦੇ ਉੱਤੇ ਆ, ਲੇਕਿਨ ਪ੍ਰਭੂ ਦੇ ਘਰ ਜ਼ਰੂਰ ਜਾਓ। ਜਿਸ ਚਰਚ ਦੇ ਵਿੱਚ ਤੁਸੀਂ ਜਾਂਦੇ ਆ, ਜਿਹੜੀ ਵੀ ਚਰਚ ਨੂੰ ਤੁਸੀਂ ਅਟੈਂਡ ਕਰਦੇ ਆ, ਪ੍ਰਭੂ ਦੇ ਘਰ ਜ਼ਰੂਰ ਜਾਓ, ਜਿਹਨੂੰ ਆਪਣਾ ਸਮਾਂ ਨਾ
ਉੱਥੋਂ ਜਿਹੜੀ ਤੁਹਾਨੂੰ ਬਰਕਤ ਮਿਲਣੀ ਆ ਉਹ ਆਗਿਆਕਾਰੀ ਦੀਆਂ ਬਰਕਤਾਂ, ਉਹ ਆਗਿਆਕਾਰੀ ਦੀ ਬਰਕਤ। ਇਹ ਜੋ ਕੁਝ ਅਸੀਂ ਪੜ੍ਹਦੇ ਹਾਂ ਇਹ ਬੋਨਸ, ਇਹ ਬੋਨਸ, ਇਹ ਆਗਿਆਕਾਰੀ ਪ੍ਰਭੂ ਦੀ ਹਮੇਸ਼ਾ ਰੱਖੋ। ਔਰ ਦੂਸਰੀ ਚੀਜ਼ ਜਿਹੜੀ ਇਸ ਦੇ ਵਿੱਚ ਜਿਹੜੀ ਤੁਸੀਂ ਦੂਸਰੀ ਚੀਜ਼ ਦੇਖਦੇ ਪਏ ਹੈਗੇ ਆ ਕਿ ਪ੍ਰਭੂ ਆਪਣਿਆਂ ਲੋਕਾਂ ਦੇ ਲਈ ਉਹਨਾਂ ਨੂੰ ਪਵਿੱਤਰ ਕਰਦਾ ਪਿਆ ਤਾਂ ਕਿ ਉਸ ਦੇ ਨਾਮ ਦੀ ਨਿੰਦਾ ਨਾ ਹੋਵੇ, ਤਾਂ ਕਿ ਦੂਜੇ ਲੋਕ ਜਾਣਨ ਕਿ ਉਹ ਪਵਿੱਤਰ ਆ। ਔਰ ਚੀਜ਼ ਦੇਖੋ ਦੂਸਰੀ, ਜੇ ਉਹਨਾਂ ਨੇ ਇਹ ਸਾਰਾ ਜੋ ਕੁਝ ਅਸੀਂ ਪੜ੍ਹਦੇ ਪਏ ਹਾਂ, ਜੇ ਸਾਰਾ ਕੁਝ ਤੋੜ ਕੇ ਔਰ ਪ੍ਰਭੂ ਨੂੰ ਉਹ ਲੋਕ ਖਿਲਾਰਨੇ ਪਏ, ਤਾਂ ਉਹੀ ਲੋਕ ਜਿਨ੍ਹਾਂ ਦੀਆਂ ਬੁੱਤਾਂ ਦੇ ਪਿੱਛੇ ਉਹ ਬੁੱਤ ਪ੍ਰਸਤੀ ਕਰਨ ਗਏ ਸੀਗੇ, ਉਹੀ ਲੋਕ ਕਹਿੰਦੇ ਪਏ ਆ ਕਿ ਇਹਨਾਂ ਦੇ ਪਰਮੇਸ਼ਵਰ ਨੇ ਜਿਹੜੀ ਇਹਨਾਂ ਨੂੰ ਧਰਤੀ ਦਿੱਤੀ ਸੀ, ਇਹਨਾਂ ਦੀ ਅਵਗਿਆਕਾਰੀ ਦੇ ਕਰਕੇ ਇਹਨਾਂ ਨੂੰ ਉਸ ਧਰਤੀ ਤੋਂ ਕੱਢ ਦਿੱਤਾ। ਇਹ ਉਹਨਾਂ ਨੂੰ ਖੁਸ਼ ਕਰਦੇ ਸੀਗੇ ਕਿ ਤੁਸੀਂ ਵੀ ਬੁੱਤ ਪ੍ਰਸਤੀ ਕਰਦੇ ਤਾਂ ਅਸੀਂ ਵੀ ਤੁਹਾਡੇ ਨਾਲ ਮਿਲ ਗਏ ਹਾਂ, ਸੋ ਉਹਨਾਂ ਨੂੰ ਖੁਸ਼ ਕਰਦੇ ਪਏ ਸੀ। ਲੇਕਿਨ ਜਿਸਲੇ ਪ੍ਰਭੂ ਨੇ ਕੱਢ ਦਿੱਤੇ ਆ, ਉੱਥੋਂ ਉਹਨਾਂ ਨੂੰ ਕੱਢ ਦਿੱਤਾ ਤੇ ਉਹੀ ਲੋਕ ਨੂੰ ਉਂਗਲ ਚੁੱਕਦੇ ਪਏ ਨੇ। ਸੋ ਬਰਕਤ ਇਹੋ ਹੀ ਆ ਕਿ ਅਸੀਂ ਆਪਣੇ ਪ੍ਰਭੂ ਨੂੰ ਖੁਸ਼ ਕਰੀਏ, ਆਪਣੇ ਪ੍ਰਭੂ ਨੂੰ ਖੁਸ਼ ਕਰੀਏ, ਕਿਉਂਕਿ ਇਨਸਾਨ ਨੂੰ ਅਸੀਂ ਖੁਸ਼ ਨਹੀਂ ਕਰ ਸਕਦੇ, ਇਨਸਾਨ ਨੂੰ ਖੁਸ਼ ਨਹੀਂ ਕਰ ਸਕਦੇ। ਇਸ ਕਰਕੇ ਸਾਨੂੰ ਹਮੇਸ਼ਾ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ। ਸੋ ਇਸ ਕਰਕੇ ਅਸੀਂ ਇਸ ਹਿੱਸੇ ਨੂੰ ਦੇਖਿਆ। ਤੁਹਾਡੇ 'ਚ ਜਿਹੜੀ ਬਾਈਬਲ ਸਟੱਡੀ ਕਰਾਉਂਦੇ ਆ, ਸੋ ਤੁਸੀਂ ਇੱਥੇ 28:10 ਦੇ ਉੱਤੇ ਇਹ ਲਿਖ ਸਕਦੇ ਆ, ਇਜ਼ੀਕੀਲ ਦਾ 36ਵਾਂ ਭਾਗ ਉਸ ਦੀ 16 ਆਇਤ ਤੋਂ ਲੈ ਕੇ ਐਕਚੁਅਲੀ ਉਸ ਦੀਆਂ ਜਿੱਦਾਂ ਕਿ ਚੈਪਟਰ ਦੇ ਐਂਡ ਤੱਕ ਉਸ ਦੀ ਜਿਹੜੀ 37 ਆਇਤ ਤੱਕ ਤੁਸੀਂ ਲਿਖ ਸਕਦੇ ਆ। ਇਟ ਵਿਲ ਬੀ ਬਲੈਸਿੰਗ ਜਿਸਲੇ ਤੁਸੀਂ ਬਾਈਬਲ ਸਟੱਡੀ ਕਰਾਉਂਗੇ। ਹੁਣ ਆ ਗਈ ਅਵਗਿਆਕਾਰੀ। ਸੋ ਹੁਣ ਅਸੀਂ 15 ਤੋਂ ਲੈ ਕੇ ਆਓ ਅਸੀਂ ਹੁਣ ਦੇਖਾਂਗੇ ਕਿ ਅਵਗਿਆਕਾਰੀ ਕਰਨ ਦੀਆਂ ਜਿਹੜੀਆਂ ਸਜ਼ਾਵਾਂ ਆ ਉਹ 15 ਆਇਤ ਤੋਂ ਲੈ ਕੇ 68 ਆਇਤ ਤੱਕ ਇਹ ਸੱਚ। ਸੋ ਅਸੀਂ ਇਸ ਨੂੰ ਛੋਟੇ ਹਿੱਸਿਆਂ ਦੇ ਵਿੱਚ ਦੇਖਾਂਗੇ। ਸੋ ਆਓ ਅਸੀਂ ਇਸ ਦੀਆਂ ਪਹਿਲਾਂ 29 ਆਇਤਾਂ ਨੂੰ ਦੇਖੀਏ। 15 ਤੋਂ 29 ਆਇਤ ਤੱਕ। ਚੈਪਟਰ 28 ਮੈਂ ਪੜ੍ਹਦੀ ਪਾਸਟਰ ਜੀ। ਅਵਗਿਆਕਾਰੀ ਦੇ ਨਤੀਜੇ। ਪਰ ਜੇਕਰ ਤੁਸੀਂ ਪ੍ਰਭੂ ਆਪਣੇ ਪਰਮੇਸ਼ਰ ਦੀ ਆਵਾਜ਼ ਨੂੰ ਨਾ ਸੁਣੋਗੇ ਅਤੇ ਉਸ ਦੇ ਇਹਨਾਂ ਹੁਕਮਾਂ ਦੀ ਪਾਲਣਾ ਨਹੀਂ ਕਰੋਗੇ ਜੋ ਅੱਜ ਮੈਂ ਤੁਹਾਨੂੰ ਦੇ ਰਿਹਾ ਹਾਂ, ਤਾਂ ਇਹ ਸਭ ਸ਼ਰਾਪ ਤੁਹਾਡੇ ਉੱਤੇ ਆ ਪੈਣਗੇ। ਪ੍ਰਭੂ ਤੁਹਾਡੇ ਨਗਰਾਂ ਅਤੇ ਖੇਤਾਂ ਨੂੰ ਸ਼ਰਾਪ ਦੇਵੇਗਾ। ਪ੍ਰਭੂ ਤੁਹਾਡੀ ਚੰਗੇਰ ਅਤੇ ਪਰਾਤ ਨੂੰ ਸ਼ਰਾਪ ਦੇਵੇਗਾ। ਪ੍ਰਭੂ ਤੁਹਾਡੀ ਸੰਤਾਨ, ਜ਼ਮੀਨ ਦੇ ਫਲ, ਮੱਝਾਂ, ਗਾਵਾਂ ਅਤੇ ਭੇਡ ਬੱਕਰੀਆਂ ਨੂੰ ਸ਼ਰਾਪ ਦੇਵੇਗਾ। ਪ੍ਰਭੂ ਤੁਹਾਡੇ ਘਰ ਦੇ ਅੰਦਰ ਜਾਂ ਬਾਹਰ ਕੀਤੇ ਹਰ ਕੰਮ ਤੇ ਸ਼ਰਾਪ ਦੇਵੇਗਾ। ਪ੍ਰਭੂ ਤੁਹਾਡੇ ਤੇ ਹਰ ਤਰ੍ਹਾਂ ਦਾ ਸ਼ਰਾਪ ਘੱਲੇਗਾ। ਉਹ ਤੁਹਾਡੇ ਹਰ ਕੰਮ ਨੂੰ ਅਸਫਲ ਕਰੇਗਾ ਅਤੇ ਤੁਹਾਡੇ ਤੇ ਉਸ ਸਮੇਂ ਤੱਕ ਘਬਰਾਹਟ ਘੱਲੇਗਾ ਜਦੋਂ ਤੱਕ ਤੁਸੀਂ ਨਾਸ਼ ਹੋ ਕੇ ਕੁਛ ਹੀ ਸਮੇਂ ਵਿੱਚ ਖਤਮ ਨਾ ਹੋ ਜਾਵੋ। ਉਹ ਤੁਹਾਡੇ ਤੇ ਉਸ ਸਮੇਂ ਤੱਕ ਭਿਅੰਕਰ ਵਿਪਤਾਵਾਂ ਘੱਲਦਾ ਰਹੇਗਾ ਜਦੋਂ ਤੱਕ ਉਹ ਤੁਹਾਨੂੰ ਉਸ ਧਰਤੀ ਉਤੋਂ ਖਤਮ ਨਾ ਕਰ ਦੇਵੇ ਜਿਸ ਤੇ ਕਬਜ਼ਾ ਕਰਨ ਦੇ ਲਈ ਤੁਸੀਂ ਜਾਣ ਵਾਲੇ ਹੋ। ਉਹ ਤੁਹਾਡੇ ਤੇ ਤਪਦਿਕ, ਤਾਪ, ਸੋਜ, ਮੁਹੜਕਾ, ਭਿਅੰਕਰ ਬਿਮਾਰੀਆਂ ਘੱਲੇਗਾ। ਇਸ ਤਰ੍ਹਾਂ ਤੁਹਾਡੀ ਫਸਲ ਤੇ ਔੜ, ਸੋਕਾ, ਉੱਲੀ ਆਦਿ ਆਵੇਗਾ। ਇਹ ਸਭ ਵਿਪਤਾਵਾਂ ਤੁਹਾਡੇ ਤੇ ਉਸ ਤੱਕ ਆਉਂਦੀਆਂ ਰਹਿਣਗੀਆਂ ਜਦੋਂ ਤੱਕ ਤੁਸੀਂ ਨਾਸ਼ ਨਾ ਹੋ ਜਾਵੋ। ਆਕਾਸ਼ ਤੋਂ ਤੁਹਾਡੇ ਲਈ ਮੀਂਹ ਨਹੀਂ ਪਵੇਗਾ ਅਤੇ ਧਰਤੀ ਤੁਹਾਡੇ ਲਈ ਲੋਹੇ ਵਾਂਗ ਸਖਤ ਹੋ ਜਾਵੇਗੀ। ਮੀਂਹ ਦੀ ਥਾਂ ਪ੍ਰਭੂ ਆਕਾਸ਼ ਤੋਂ ਤੁਹਾਡੇ ਲਈ ਘੱਟੀ ਮਿੱਟੀ ਅਤੇ ਰੇਤ ਦੀ ਵਰਖਾ ਉਸ ਸਮੇਂ ਤੱਕ ਕਰਦਾ ਰਹੇਗਾ ਜਦੋਂ ਤੱਕ ਤੁਸੀਂ ਨਾਸ਼ ਨਾ ਹੋ ਜਾਵੋ। ਪ੍ਰਭੂ ਤੁਹਾਨੂੰ ਤੁਹਾਡੇ ਦੁਸ਼ਮਣਾਂ ਦੇ ਹੱਥੋਂ ਮਰਵਾ ਦੇਵੇਗਾ। ਤੁਸੀਂ ਇੱਕ ਪਾਸਿਓਂ ਦੀ ਹੋ ਕੇ ਉਹਨਾਂ ਤੇ ਹੱਲਾ ਕਰੋਗੇ, ਪਰ 7 ਰਾਹਾਂ ਥਾਣੀ ਉਹਨਾਂ ਅੱਗਿਓਂ ਨੱਠੋਗੇ। ਜਦੋਂ ਧਰਤੀ ਦੇ ਸਭ ਰਾਜਾ ਇਹ ਸਭ ਤੁਹਾਡੇ ਨਾਲ ਹੁੰਦਾ ਦੇਖਣਗੇ ਤਾਂ ਉਹ ਵੀ ਭੈਭੀਤ ਹੋ ਜਾਣਗੇ। ਸੋ ਜਦੋਂ ਤੁਸੀਂ ਮਾਰੇ ਜਾਵੋਗੇ ਤਾਂ ਤੁਹਾਡੀਆਂ ਲਾਸ਼ਾਂ ਆਕਾਸ਼ ਦੇ ਪੰਛੀ ਅਤੇ ਜੰਗਲ ਦੇ ਜਾਨਵਰ ਆ ਕੇ ਭੋਜਨ ਦੇ ਤੌਰ ਤੇ ਖਾਣਗੇ। ਉੱਥੇ ਉਹਨਾਂ ਨੂੰ ਡਰਾਉਣ ਵਾਲਾ ਕੋਈ ਨਹੀਂ ਹੋਵੇਗਾ। ਪ੍ਰਭੂ ਤੁਹਾਡੇ ਸਰੀਰਾਂ ਤੇ ਉਹ ਫੋੜੇ ਕੱਢੇਗਾ ਜੋ ਮਿਸਰ ਦੇਸ਼ ਵਿੱਚ ਲੋਕਾਂ ਤੇ ਉਸ ਨੇ ਕੱਢੇ ਸਨ। ਤੁਹਾਡੇ ਸਰੀਰਾਂ ਉੱਤੇ ਉਹ ਪਾਕ ਭਰੇ ਫੋੜੇ ਬਵਾਸੀਰ, ਦਦਰੀ ਅਤੇ ਖੁਰਕ ਆਦਿ ਦੀਆਂ ਬਿਮਾਰੀਆਂ ਦੀ ਮਾਰ ਮਾਰੇਗਾ ਜੋ ਠੀਕ ਨਹੀਂ ਹੋਣਗੀਆਂ। ਪ੍ਰਭੂ ਤੁਹਾਨੂੰ ਪਾਗਲਪਨ, ਅੰਨਾਪਨ ਦੀ ਅਤੇ ਘਬਰਾਹਟ ਦੇ ਰੋਗੀ ਬਣਾ ਦੇਵੇਗਾ।
ਤੁਸੀਂ ਇੱਕ ਅੰਨੇ ਦੀ ਤਰ੍ਹਾਂ ਦੁਪਹਿਰਾਂ ਦੇ ਵੇਲੇ ਹੀ ਟੋਲਦੇ ਫਿਰੋਗੇ, ਪਰ ਤੁਸੀਂ ਆਪਣਾ ਰਾਹ ਨਹੀਂ ਲੱਭ ਸਕੋਗੇ। ਗੱਲ ਕੀ ਤੁਸੀਂ ਆਪਣੇ ਕਿਸੇ ਕੰਮ ਵਿੱਚ ਵੀ ਉੱਨਤੀ ਨਹੀਂ ਕਰੋਗੇ, ਤੁਸੀਂ ਲਗਾਤਾਰ ਦਬਾਏ ਅਤੇ ਲੁੱਟੇ ਜਾਵੋਗੇ। ਮਾਸਟਰ ਜੀ ਇੱਥੇ ਤੱਕ ਹੀ ਪੜ੍ਹਨਾ। ਹੁਣ ਅਸੀਂ ਕੀ ਦੇਖਦੇ ਪਏ ਕਿ ਜਿਹਨਾਂ ਚੀਜ਼ਾਂ ਦੇ ਲਈ ਉਹ ਕਿਉਂ ਜਾਂਦੇ ਪਏ ਆ ਉਹਨਾਂ ਦੇ ਪਿੱਛੇ, ਕਿਉਂਕਿ ਇਨਸਾਨ ਦਾ ਢਿੱਡ ਨਹੀਂ ਭਰਦਾ। ਨੰਬਰ 1, ਧਨ ਦੀ ਸਭ ਤੋਂ ਵੱਡੀ ਗਰੀਬੀ ਇਹ ਆ ਕਿ ਕਦੀ ਇਨਫ ਨਹੀਂ ਹੋਇਆ। ਸਭ ਤੋਂ ਜ਼ਿਆਦਾ ਜਿਹੜਾ ਗਰੀਬ ਆ ਨਾ, ਉਹ ਧਨ ਆਪ ਆ, ਇਹ ਕਦੀ ਇਨਫ ਨਹੀਂ ਹੋਇਆ। ਸੋ ਉਹ ਕਿਉਂ ਜਾਂਦੇ ਪਏ ਆ ਉਹਨਾਂ ਦੇਵੀ ਦੇਵਤਿਆਂ ਦੇ, ਉਹ ਟੇਵੇ ਲਾਉਣ ਵਾਲਿਆਂ ਦੇ ਪਿੱਛੇ, ਉਹ ਜਿਹੜੇ ਉੱਥੇ ਜਿਹੜੇ ਲੋਕ ਜਿਨ੍ਹਾਂ ਨੂੰ ਪ੍ਰਭੂ ਨੇ ਕੱਢ ਦਿੱਤਾ ਸੀਗਾ, ਹੁਣ ਉਹਨਾਂ ਦੇ ਕੋਲ ਕਿਉਂ ਜਾਂਦੇ ਪਏ? ਕੁਇਕ ਫਿਕਸ ਕੀ ਉਹਨਾਂ ਕੋਲ ਕੁਇਕ ਫਿਕਸ ਹੈਗਾ ਆ? ਅਸੀਂ ਆਲਰੇਡੀ ਰਾਜਾ ਸਾਊਲ ਨੂੰ ਦੇਖ ਲਿਆ ਸੀ, ਪੜ੍ਹਿਆ ਸੀ ਉਹਦੇ ਬਾਰੇ, ਤੇ ਉਸਨੇ ਪਰਮੇਸ਼ਰ ਦੇ ਵੱਲ ਤੱਕਿਆ ਕਿ ਮੋਰੇ ਮੇਰੇ ਫੌਜਾਂ ਖੜੀਆਂ, ਤੂੰ ਮੈਨੂੰ ਦੱਸ ਕੀ ਕਰਨਾ ਚਾਹੀਦਾ। ਉਸਨੂੰ ਕੋਈ ਆਵਾਜ਼ ਨਹੀਂ ਆਈ। ਕਿਉਂ? ਕਿਉਂਕਿ ਉਸਨੇ ਅਵਗਿਆਕਾਰੀ ਪ੍ਰਭੂ ਦੀ ਕੀਤੀ ਸੀ। ਪ੍ਰਭੂ ਨੇ ਉਸਨੂੰ ਕਿਹਾ ਸੀ ਕਿ ਅਮਾਲੇਕੀ ਲੋਕਾਂ ਨੂੰ ਮਾਰ ਦੇ, ਲੇਕਿਨ ਉਹ ਅਮਾਲੇਕੀ ਲੋਕਾਂ ਦੇ ਉਹ ਗਿਆ ਔਰ ਉੱਥੋਂ ਜਿਹੜੀਆਂ ਜਵਾਨ ਕੁੜੀਆਂ ਸਾਰਾ ਕੁਛ ਉਹ ਲੈ ਕੇ ਤੇ ਉਹਨਾਂ ਦੇ ਜਾਨਵਰ, ਰਾਜੇ ਨੂੰ ਬੰਦੀ ਬਣਾ ਲਿਆਇਆ, ਉਹਨਾਂ ਦੇ ਸਾਰਿਆਂ ਨੂੰ ਬੰਦੀ ਬਣਾ ਕੇ ਲੈ ਆਇਆ। ਸੈਮੂਅਲ ਨੇ ਕਿਹਾ ਤੂੰ ਇਹ ਕੀ ਕੀਤਾ? ਤੈਨੂੰ ਤਾਂ ਪ੍ਰਭੂ ਨੇ ਇੱਕ ਹੁਕਮ ਦਿੱਤਾ ਸੀ, ਤੂੰ ਉਸਨੂੰ ਪੂਰਾ ਨਹੀਂ ਕੀਤਾ। ਕਹਿੰਦਾ ਮੈਂ ਪ੍ਰਭੂ ਆਪਣੇ ਪਰਮੇਸ਼ਰ ਦੇ ਲਈ ਆ ਕੇ ਆਇਆ। ਉਸਨੇ ਕਿਹਾ ਤੇਰਾ ਰਾਜ ਪ੍ਰਭੂ ਨੇ ਤੇਰੇ ਤੋਂ ਲੈ ਕੇ ਤੇਰੇ ਗੁਆਂਢੀ ਨੂੰ ਦੇ ਦਿੱਤਾ। You finished. You are finished. ਔਰ ਜਿੱਦਾਂ ਹੀ ਜਾ ਕੇ ਉਸਨੇ ਜਿਹੜਾ ਤੇਲ ਜਿਹੜਾ ਸੀ ਪਵਿੱਤਰ ਤੇਲ ਦਾਊਦ ਦੇ ਉੱਤੇ ਪਾਇਆ, ਉਹ ਪਵਿੱਤਰ ਆਤਮਾ ਨਾਲ ਭਰ ਗਿਆ। ਸਾਊਲ ਸੀਗਾ, ਉਸਦੇ ਉੱਤੇ ਪ੍ਰਭੂ ਨੇ ਬੁਰੀ ਆਤਮਾ ਘੱਲ ਦਿੱਤੀ ਜੋ ਉਸਨੂੰ ਦਿਨ ਰਾਤ ਸਤਾਉਂਦੀ ਸੀ। ਨਾ ਉਸਨੂੰ ਦਿਨ ਨੂੰ ਚੈਨ ਸੀ, ਨਾ ਉਸਨੂੰ ਰਾਤ ਨੂੰ ਚੈਨ ਸੀ। ਆ ਸਾਰੀਆਂ ਚੀਜ਼ਾਂ ਉਹ ਭੁਗਤ ਰਿਹਾ ਸੀ। ਪ੍ਰਭੂ ਨੇ ਰਾਜਾ ਬਣਾਇਆ ਸੀ, ਉਸਨੂੰ ਰਾਜ ਦਿੱਤਾ ਸੀ ਆਪਣੀ ਕੌਮ ਤੇ, ਆਪਣੀ ਮਹਿਮਾ ਦੇ ਵਿੱਚੋਂ ਕੁਛ ਉਸਨੂੰ ਦਿੱਤਾ ਸੀ। ਲੇਕਿਨ ਉਸਨੂੰ ਵੀ ਲਾਲਚ ਹੋ ਗਿਆ, ਸੰਧੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸੋ ਕੀ ਅਸੀਂ ਦੇਖਿਆ ਕਿ ਜਾਦੂਗਰਨੀ ਸਾਊਲ, ਹੁਣ ਸੈਮੂਅਲ ਮਰ ਚੁੱਕਾ ਸੀ, ਜਾਦੂਗਰਨੀ ਦੇ ਕੋਲ ਗਿਆ, ਕਹਿੰਦਾ ਮੇਰੇ ਲਈ ਇੱਕ ਆਤਮਾ ਨੂੰ ਬੁਲਾ ਵਾਪਸ। ਉਸ ਜਾਦੂਗਰਨੀ ਨੇ ਸੈਮੂਅਲ ਦੀ ਆਤਮਾ ਨੂੰ ਵਾਪਸ ਬੁਲਾ ਲਿਆ ਸੀ। ਸੋ ਕਹਿਣ ਦਾ ਕੀ ਮਤਲਬ ਕਿ ਕੁਇਕ ਫਿਕਸ ਸੀਗੇ ਉਹਨਾਂ ਦੇ ਕੋਲ? ਹਾਂ ਸੀਗੇ, ਕੁਇਕ ਫਿਕਸ ਸੀਗੇ ਉਹਨਾਂ ਦੇ ਕੋਲ। ਪਰ ਕੁਇਕ ਫਿਕਸ ਦੀ ਸਭ ਤੋਂ ਵੱਡੀ ਮੁਸੀਬਤ ਇਹ ਆ ਕਿ ਕਦੀ ਪ੍ਰਭੂ ਦੇ ਵੱਲੋਂ ਨਹੀਂ, ਕਿਉਂਕਿ ਪ੍ਰਭੂ ਦਾ ਜਿਹੜਾ ਵੀ ਕੰਮ ਹੁੰਦਾ ਉਹ ਨਾ ਇੱਕ ਦਿਨ ਅਗੇਤਾ ਹੁੰਦਾ, ਨਾ ਇੱਕ ਦਿਨ ਪਛੇਤਾ ਹੁੰਦਾ। ਪ੍ਰਭੂ ਦਾ ਹਰ ਕੰਮ ਬਿਲਕੁਲ ਸਮੇਂ ਸਿਰ ਹੁੰਦਾ। ਪਰ ਅਸੀਂ ਮਹਿਸੂਸ ਕਰਦੇ ਹਾਂ ਕਿ ਪ੍ਰਭੂ ਨੇ ਬਿਲਕੁਲ ਟਾਈਮ ਸਿਰ ਸਾਨੂੰ ਜੋ ਵੀ ਉਸਨੇ ਦਿੱਤਾ, ਜੋ ਵੀ ਉਸਨੇ ਮੇਰਾ ਕੰਮ ਕੀਤਾ, ਉਸਨੇ ਟਾਈਮ ਸਿਰ ਕੀਤਾ। That was the time. ਔਰ ਇਹ ਕੁਇਕ ਫਿਕਸ ਦੇ ਲਈ ਉਹਨਾਂ ਦੇ ਵਿੱਚ ਜਾਂਦੀ ਸੀ। ਔਰ ਫਿਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੀਜ਼ਾਂ ਇਹ ਲੱਭਣ ਦੇ ਲਈ ਜਾਂਦੇ ਸੀ, ਉਹੀ ਚੀਜ਼ਾਂ ਇਹਨਾਂ ਦੇ ਲਈ ਜ਼ਹਿਰ ਬਣ ਕੇ ਸਾਬਤ ਹੁੰਦੀਆਂ ਸੀ। ਸੋ ਪ੍ਰਭੂ ਨੇ ਕਿਹਾ ਕਿ ਅਗਰ ਤੁਸੀਂ ਉਹ ਕੰਮ, ਤਾਂ ਤੁਸੀਂ ਇਹਨਾਂ ਬਦਸੀਸਾਂ ਨੂੰ, ਇਹ ਬਦਸੀਸਾਂ ਤੁਸੀਂ ਇਸ ਧਰਤੀ ਤੋਂ ਲਾਉਂਗੇ। ਕਹਿਣ ਦਾ ਕੀ ਮਤਲਬ? ਕੀ ਪ੍ਰਭੂ ਨੇ ਸਵਰਗ ਤੋਂ ਇਹਨਾਂ ਨੂੰ ਬਦਸੀਸ ਦਿੱਤੀ ਹੈ? ਐਬਸੋਲੂਟਲੀ ਨਾਟ। ਅਗਰ ਅਸੀਂ ਧਿਆਨ ਦੇ ਨਾਲ ਦੇਖੀਏ, ਪ੍ਰਭੂ ਦੇ ਵਚਨ ਦੇ ਵਿੱਚ ਧਿਆਨ ਦੇ ਨਾਲ ਦੇਖੀਏ, ਤਾਂ ਉਹ ਨੇ ਇਹਨਾਂ ਨੂੰ ਖਿਲਰਿਆਂ ਨੂੰ, ਜੋ ਅਸੀਂ ਪਿੱਛੇ ਦੇਖ ਕੇ ਆਏ ਹਾਂ,
ਪ੍ਰਭੂ ਨੇ ਇਹਨਾਂ ਨੂੰ ਖਿਲਰਿਆਂ ਨੂੰ ਮੁੜ ਕੇ ਇਕੱਠੇ ਕੀਤਾ ਆਪਣੇ ਨਾਮ ਦੀ ਖਾਤਰ। ਸੋ ਬਦਸੀਸ ਕੀ, ਬਦਸੀਸ ਤਾਂ ਆਲਰੇਡੀ ਧਰਤੀ ਤੇ ਹੈਗੀ, ਬਦਸੀਸ ਤਾਂ ਅਦਨ ਦੇ ਬਾਗ ਤੋਂ ਧਰਤੀ ਦੇ ਉੱਤੇ ਹੈਗੀ। ਪ੍ਰਭੂ ਨੇ ਆਪਣਾ ਸਿਰਫ ਹੱਥ ਪਿੱਛੇ ਖਿੱਚ ਲਿਆ, ਬਸ ਆਪਣਾ ਹੱਥ ਪਿੱਛੇ ਖਿੱਚ ਲਿਆ। ਜਿਸ ਤਰ੍ਹਾਂ ਕਿ ਉਹ ਪੁੱਤਰ ਦੀ ਅਸੀਂ ਸਟੋਰੀ ਪੜ੍ਹੀ ਸੀ ਕਿ ਉਸਨੇ ਆਪਣੇ ਬਾਪ ਨੂੰ ਕਿਹਾ ਕਿ ਮੇਰਾ ਹਿੱਸਾ ਮੈਨੂੰ ਦੇ ਦੇ, ਤਾਂ ਉਸਨੇ ਸਭ ਕੁਝ ਵੇਚਿਆ ਤੇ ਉਹ ਦੂਸਰੇ ਦੇਸ਼ ਵਿੱਚ ਚਲਾ ਗਿਆ। ਕੁਛ ਦੇਰ ਤੱਕ ਤਾਂ ਬਹੁਤ ਸਭ ਕੁਝ ਬਹੁਤ ਸੋਹਣਾ ਰਿਹਾ, ਫਿਰ ਅਕਾਲ ਪੈ ਗਿਆ, ਉਸ ਕੋ ਖਾਣ ਦੇ ਲਈ ਕੁਛ ਨਹੀਂ ਸੀ। ਪਰ ਬਾਪ ਉਹਦੇ ਪਿੱਛੇ ਨਹੀਂ ਗਿਆ, ਬਾਪ ਨੇ ਉਸਦਾ ਇੰਤਜ਼ਾਰ ਕੀਤਾ। ਯਸ, ਬਾਪ ਨੇ ਉਸਦਾ ਇੰਤਜ਼ਾਰ ਕੀਤਾ, ਲੇਕਿਨ ਬਾਪ ਉਹਦੇ ਪਿੱਛੇ ਨਹੀਂ ਗਿਆ, ਪਿੱਛੇ ਉਹਨੂੰ ਮੁੜਨਾ ਪਿਆ। ਪਰ ਜਿਸ ਲਈ ਉਹ ਵਾਪਸ ਆਇਆ ਤੇ ਬਾਪ ਨੇ ਇਹ ਨਹੀਂ ਕਿਹਾ ਕਿ ਤੂੰ ਇੱਕ ਉਹ ਪੁੱਤਰ ਆ ਜਿਹੜਾ ਅਵਗਿਆਕਾਰੀ ਆ, ਸੋ ਤੇਰੇ ਪੱਥਰ ਮਾਰ ਕੇ ਤੈਨੂੰ ਮਾਰਨਾ ਚਾਹੀਦਾ ਨਾ। ਉਸਨੇ ਕਿਹਾ ਮੈਂ ਤੇਰੇ ਖਿਲਾਫ ਤੇ ਪ੍ਰਭੂ ਦੇ ਖਿਲਾਫ ਗੁਨਾਹ ਕੀਤਾ, ਹੁਣ ਮੈਂ ਤੇਰਾ ਪੁੱਤਰ ਕਹਾਉਣ ਦੇ ਯੋਗ ਨਹੀਂ ਰਿਹਾ। ਉਸਨੇ ਆਪਣੀ ਜਿਹੜੀ ਉਹਦੀ ਸਿਗਨੇਟ ਸੀਗੀ, ਜਿੱਦਾਂ ਕਿ ਮੁੰਦੀ, ਸਾਡੀ ਮੁੰਦੀ ਵਰਗੀ ਨਹੀਂ, ਸਿਗਨੇਟ ਜਿਹੜੀ ਸੀਗੀ, ਜਿਹੜੀ ਇੱਕ ਮੋਹਰ ਹੁੰਦੀ ਸੀ, ਆਪਣੀ ਲਾ ਕੇ ਉਹਦੇ ਪਾ ਦਿੱਤੀ। ਮੇਰਾ ਪੁੱਤਰ ਮਰ ਗਿਆ ਸੀ, ਫਿਰ ਜਿਉਂਦਾ। ਇਹੋ ਹੀ ਦਿਲ ਸਾਡੇ ਪ੍ਰਭੂ ਪਰਮੇਸ਼ਵਰ ਦਾ। ਸੋ ਪ੍ਰਭੂ ਉਹਨਾਂ ਨੂੰ ਇਹ ਚੀਜ਼ਾਂ ਕਹਿ ਰਿਹਾ ਕਿ ਜੇ ਤੁਸੀਂ ਉਹ ਕੁਇਕ ਫਿਕਸ ਲੱਭਣ ਦੇ ਲਈ ਇੱਧਰ ਉੱਧਰ ਨੂੰ ਦੌੜੇ, ਔਰ ਤੁਸੀਂ ਮੇਰੇ ਜਿਹੜੇ ਮੈਂ ਤੁਹਾਨੂੰ ਨਿਯਮ ਦਿੱਤੇ ਤੁਸੀਂ ਉਹਨਾਂ ਦੀ ਪਾਲਣਾ ਨਹੀਂ ਕੀਤੀ, ਤੇ ਭਾਈ ਫਿਰ ਜੋ ਇਸ ਧਰਤੀ ਦੇ ਸਰਾਫ ਹੈ ਤੁਹਾਡੇ ਤੇ ਪੈਣਗੇ। ਧਰਤੀ ਦੀ ਤਾਂ ਹਰੇਕ ਚੀਜ਼ ਸਰਾਫ ਹੀ, ਧਰਤੀ ਤਾਂ ਆਲਰੇਡੀ ਸਰਾਫ ਦੇ ਵਿੱਚ ਕਰਾਉਂਦੀ ਪਈ ਹੈ। ਉਹ ਤਾਂ ਆਲਰੇਡੀ ਉਸ ਦਿਨ ਦਾ ਇੰਤਜ਼ਾਰ ਕਰ ਰਹੀ ਹੈ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ, ਜੋ ਸਾਰੀਆਂ ਸਰਾਫ ਆ ਜਿਹੜਾ ਧਰਤੀ ਨੂੰ ਮਿਲਿਆ, ਉਹ ਤੁਹਾਡੇ ਲਈ, ਚਾਹੇ ਉਹ ਤੁਹਾਡਾ ਦਾਣਾ, ਚਾਹੇ ਉਹ ਤੁਹਾਡੇ ਖੇਤ ਆ, ਚਾਹੇ ਉਹ ਤੁਹਾਡੇ ਬੱਚੇ ਆ, ਚਾਹੇ ਉਹ ਤੁਹਾਡੀ ਜਾਇਦਾਦ ਆ, ਜੋ ਵੀ ਹੈਗਾ ਉਹ ਤੁਹਾਡੇ ਲਈ ਬਰਕਤ ਪੈਦਾ ਨਹੀਂ ਕਰਨਗੇ। ਠੀਕ। ਸੋ ਹੁਣ ਅੱਗੇ ਵੀ ਅਸੀਂ ਇਹ ਦੇਖਦੇ ਹਾਂ ਕਿ ਅਸੀਂ 30 ਆਇਤ ਤੋਂ ਲੈ ਕੇ ਹੁਣ ਉਹਨਾਂ ਦੀ ਜਿਹੜੀ ਬਾਕੀ ਦੀ ਜ਼ਿੰਦਗੀ ਹੈ ਉਸ ਦੇ ਬਾਰੇ ਦੇਖਦੇ ਹਾਂ। ਆਓ ਅਸੀਂ 44 ਆਇਤ ਤੱਕ ਦੇਖਾਂ। ਮੈਂ ਪੜ੍ਹ ਦਿੰਦੀ ਪਾਸਟਰ ਜੀ। ਤੁਸੀਂ ਮੰਗਣੀ ਕਰੋਗੇ ਪਰ ਤੁਹਾਡੀ ਮੰਗੇਤਰ ਦੇ ਨਾਲ ਕੋਈ ਦੂਜਾ ਆਦਮੀ ਸੰਗ ਕਰੇਗਾ। ਤੁਸੀਂ ਘਰ ਉਸਾਰੋਗੇ ਪਰ ਆਪ ਉਸ ਦੇ ਵਿੱਚ ਨਹੀਂ ਰਹਿ ਸਕੋਗੇ। ਤੁਸੀਂ ਅੰਗੂਰਾਂ ਦਾ ਬਗੀਚਾ ਲਾਵੋਗੇ ਪਰ ਉਸਦੇ ਅੰਗੂਰ ਨਹੀਂ ਖਾ ਸਕੋਗੇ। ਤੁਹਾਡੇ ਬਲਦ ਤੁਹਾਡੇ ਸਾਹਮਣੇ ਹੀ ਕੱਟੇ ਜਾਣਗੇ ਪਰ ਤੁਸੀਂ ਉਹਨਾਂ ਦਾ ਮਾਸ ਨਹੀਂ ਖਾ ਸਕੋਗੇ। ਤੁਹਾਡੇ ਗਧੇ ਤੁਹਾਡੇ ਸਾਹਮਣੇ ਹੀ ਜ਼ਬਰਦਸਤੀ ਲੈ ਲਏ ਜਾਣਗੇ ਪਰ ਤੁਸੀਂ ਉਹਨਾਂ ਨੂੰ ਵਾਪਸ ਨਹੀਂ ਲਿਆ ਸਕੋਗੇ। ਤੁਹਾਡੀਆਂ ਭੇਡ ਬੱਕਰੀਆਂ ਤੁਹਾਡੇ ਸਾਹਮਣੇ ਹੀ ਤੁਹਾਡੇ ਦੁਸ਼ਮਣਾਂ ਨੂੰ ਦੇ ਦਿੱਤੀਆਂ ਜਾਣਗੀਆਂ ਪਰ ਉੱਥੇ ਤੁਹਾਡੀ ਮਦਦ ਕਰਨ ਵਾਲਾ ਕੋਈ ਨਹੀਂ ਹੋਵੇਗਾ। ਤੁਹਾਡੇ ਪੁੱਤਰ ਧੀਆਂ ਪਰਾਏ ਲੋਕਾਂ ਦੇ ਹੱਥੀਂ ਸੌਂਪ ਦਿੱਤੇ ਜਾਣਗੇ। ਤੁਸੀਂ ਹਰ ਰੋਜ਼ ਉਹਨਾਂ ਦੀ ਵਾਪਸੀ ਦਾ ਰਾਹ ਤੱਕੋਗੇ ਪਰ ਤੁਸੀਂ ਆਪ ਕੁਝ ਵੀ ਨਹੀਂ ਕਰ ਸਕੋਗੇ। ਤੁਹਾਡੀ ਧਰਤੀ ਅਤੇ ਮਿਹਨਤ ਦਾ ਫਲ ਕੋਈ ਦੂਜੀ ਅਣਜਾਣੀ ਕੌਮ ਆ ਕੇ ਖਾ ਜਾਵੇਗੀ ਪਰ ਤੁਸੀਂ ਹਮੇਸ਼ਾ ਕੇਵਲ ਦਬਾਓ ਅਤੇ ਜ਼ੁਲਮ ਦੇ ਹੇਠ ਹੀ ਰਹੋਗੇ। ਤੁਸੀਂ ਇਹ ਸਭ ਹੁੰਦਾ ਦੇਖ ਕੇ ਪਾਗਲ ਹੋ ਉੱਠੋਗੇ। ਪ੍ਰਭੂ ਤੁਹਾਡੇ ਗੋਡਿਆਂ ਤੇ ਲੱਤਾਂ ਤੇ ਡੂੰਘੇ ਫੋੜੇ ਕੱਢੇਗਾ ਜਿਨ੍ਹਾਂ ਤੋਂ ਤੁਸੀਂ ਠੀਕ ਨਹੀਂ ਹੋ ਸਕੋਗੇ। ਤੁਸੀਂ ਇਹਨਾਂ ਨਾਲ ਪੈਰਾਂ ਤੋਂ ਲੈ ਕੇ ਸਿਰ ਤੱਕ ਭਰ ਜਾਵੋਗੇ। ਪ੍ਰਭੂ ਤੁਹਾਨੂੰ ਅਤੇ ਤੁਹਾਡੇ ਰਾਜੇ ਨੂੰ ਇੱਕ ਅਣਜਾਣੀ ਕੌਮ ਦੇ ਹੱਥੀਂ ਸੌਂਪ ਦੇਵੇਗਾ। ਉੱਥੇ ਤੁਸੀਂ ਪਰਾਏ ਦੇਵਤਿਆਂ ਅਰਥਾਤ ਲੱਕੜੀ ਅਤੇ ਪੱਥਰਾਂ ਦੇ ਬਣੇ ਦੇਵਤਿਆਂ ਦੀ ਪੂਜਾ ਕਰੋਗੇ। ਉਹਨਾਂ ਕੌਮਾਂ ਨੂੰ ਜਿਨ੍ਹਾਂ ਵਿਚਕਾਰ ਤੁਸੀਂ ਕੱਢੇ ਜਾਵੋਗੇ ਹੈਰਾਨਗੀ ਹੋਵੇਗੀ। ਤੁਸੀਂ ਉਹਨਾਂ ਲਈ ਉਦਾਹਰਣ ਠਹਿਰੋਗੇ। ਤੁਹਾਨੂੰ ਉਹ ਵੀ ਮਖੌਲ ਕਰਨਗੇ। ਤੁਸੀਂ ਖੇਤ ਵਿੱਚ ਬੀਜ ਬੀਜੋਗੇ ਪਰ ਉਸ ਵਿੱਚੋਂ ਇਕੱਠਾ ਬਹੁਤ ਥੋੜਾ ਕਰੋਗੇ ਕਿਉਂਕਿ ਟਿੱਡੀ ਉਸ ਨੂੰ ਖਾ ਜਾਵੇਗੀ। ਤੁਸੀਂ ਅੰਗੂਰੀ ਬਾਗ ਲਾਵੋਗੇ ਅਤੇ ਉਸ ਦੀ ਰਾਖੀ ਵੀ ਕਰੋਗੇ ਪਰ ਨਾ ਤਾਂ ਤੁਸੀਂ ਉਸ ਤੋਂ ਅੰਗੂਰਾਂ ਦਾ ਰਸ ਪੀ ਸਕੋਗੇ ਅਤੇ ਨਾ ਹੀ ਅੰਗੂਰ ਇਕੱਠੇ ਕਰੋਗੇ ਕਿਉਂਕਿ ਕੀੜਾ ਉਹਨਾਂ ਨੂੰ ਖਾ ਜਾਵੇਗਾ। ਤੁਹਾਡੀ ਸਾਰੀ ਧਰਤੀ ਤੇ ਜੈਤੂਨ ਦੇ ਰੁੱਖ ਤਾਂ ਹੋਣਗੇ ਪਰ ਤੁਸੀਂ ਉਹਨਾਂ ਦਾ ਤੇਲ ਨਹੀਂ ਵਰਤ ਸਕੋਗੇ ਕਿਉਂਕਿ ਉਹਨਾਂ ਦਾ ਫਲ ਪਹਿਲਾਂ ਹੀ ਝੜ ਜਾਵੇਗਾ। ਤੁਹਾਡੇ ਪੁੱਤਰ ਧੀਆਂ ਪੈਦਾ ਤਾਂ ਹੋਣਗੇ ਪਰ ਉਹ ਤੁਹਾਡੇ ਨਹੀਂ ਹੋਣਗੇ
ਕਿਉਂਕਿ ਉਹ ਗੁਲਾਮ ਬਣ ਲਈ ਜਾਣਗੇ। ਤੁਹਾਡੇ ਸਭ ਰੁੱਖਾਂ ਨੂੰ ਅਤੇ ਧਰਤੀ ਦਾ ਫਲ ਟਿੱਡੀ ਖਾ ਜਾਵੇਗੀ। ਇੱਥੇ ਤੱਕ ਪਾਸਟਰ ਜੀ। ਕਿੰਨੀ ਆਇਤ ਤੱਕ ਤੁਸੀਂ ਪੜਿਆ ਸਿਸਟਰ ਜੀ? 42 42। ਚਲੋ ਠੀਕ ਆ। ਅੱਛਾ, ਹੁਣ ਅਸੀਂ ਅਗਰ 30 ਆਇਤ ਨੂੰ ਦੇਖਦੇ ਪਏ ਆ, 30 ਤੋਂ ਲੈ ਕੇ ਬੇਸਿਕਲੀ ਅਸੀਂ 30 ਔਰ 31 ਆਇਤ ਨੂੰ ਦੇਖਦੇ ਪਏ ਆ, ਤੇ ਦੇਖੋ ਪ੍ਰਭੂ ਨੇ ਇਹਨਾਂ ਨੂੰ ਇੱਕ ਬਰਕਤ ਦਿੱਤੀ ਸੀ, ਜਿਸ ਲਈ ਇਹਨਾਂ ਨੂੰ ਲੜਾਈ ਸੰਬੰਧੀ ਨਿਯਮ ਦਿੱਤੇ ਸੀ। ਉਸ ਲੜਾਈ ਸੰਬੰਧੀ ਨਿਯਮਾਂ ਦੇ ਵਿੱਚ ਪ੍ਰਭੂ ਨੇ ਕਿਹਾ ਸੀਗਾ ਕਿ ਅਗਰ ਕਿਸੇ ਦੀ ਮੰਗਣੀ ਹੋਈ ਹੋਵੇ ਔਰ ਉਸਦਾ ਵਿਆਹ ਹੋਇਆ ਹੋਵੇ ਤਾਂ ਉਹ ਜੰਗ ਦੇ ਵਿੱਚ ਨਾ ਜਾਵੇ, ਉਹ ਜੰਗ ਦੇ ਵਿੱਚ ਨਾ ਜਾਵੇ। ਇਹ ਨਾ ਕਿਤੇ ਹੋਵੇ ਕਿ ਉਹ ਮਾਰਿਆ ਜਾਵੇ, ਔਰ ਜਿਹੜੀ ਉਸਦੀ ਮੰਗੇਤਰ ਆ ਉਸਦਾ ਵਿਆਹ ਕਿਸੇ ਹੋਰ ਦੇ ਨਾਲ ਹੋ ਜਾਏ। ਜੇ ਕਿਸੇ ਨੇ ਨਵਾਂ ਘਰ ਬਣਾਇਆ ਤੇ ਉਹ ਜੰਗ ਦੇ ਵਿੱਚ ਨਾ ਜਾਵੇ, ਉਸਨੂੰ ਆਪਣਾ ਨਵਾਂ ਘਰ ਇੰਜੋਏ ਕਰ ਲੈਣ ਦਿਓ। ਇਹ ਨਾ ਹੋਵੇ ਕਿ ਉਹ ਮਰ ਜਾਏ ਤੇ ਉਸਦਾ ਘਰ ਦੀ ਜਿਹੜੀ ਚਾਠਾ ਕੋਈ ਹੋਰ ਕਰੇ। ਇਸੇ ਤਰ੍ਹਾਂ ਪ੍ਰਭੂ ਨੇ ਕਿਹਾ ਸੀ, ਜੇ ਕਿਸੇ ਨੇ ਦਾਖਾਂ ਦਾ ਅੰਗੂਰਾਂ ਦਾ ਖੇਤ ਨਵਾਂ ਲਾਇਆ, ਜਾਂ ਅੰਜੀਰਾਂ ਦਾ ਖੇਤ ਨਵਾਂ ਲਾਇਆ, ਜਾਂ ਉਸਨੇ ਜੈਤੂਨ ਦਾ ਖੇਤ ਨਵਾਂ ਲਾਇਆ, ਤੇ ਉਸ ਨੂੰ ਜੰਗ ਦੇ ਵਿੱਚ ਨਾ ਘੱਲਿਓ ਜਦ ਤੱਕ ਕਿ ਉਸਦਾ ਫਲ ਨਾ ਖਾਵੇ। ਇੱਕ ਪਾਸੇ ਪ੍ਰਭੂ ਨੇ ਐਡੀ ਵੱਡੀ ਬਰਕਤ ਦਿੱਤੀ ਆ, ਔਰ ਉਹ ਜਿਹੜੇ ਉਹਦੀ ਕਾਹਦੀ ਆ, ਬੜੀ ਸਿੰਪਲ ਚੀਜ਼, ਪ੍ਰਭੂ ਦਾ ਨੇਮ ਕੀ ਆ? ਪਹਿਲੇ 3-4 ਜਿਹੜੇ ਨੇਮ ਆ ਉਹ ਪ੍ਰਭੂ ਦੇ ਆਪਣੇ ਲਈ, ਕਿ ਤੂੰ ਨਾ ਕੋਈ ਬਣੀ, ਨਾ ਕੋਈ ਘੜੀ, ਨਾ ਕੋਈ ਧਰਤੀ ਤੇ, ਨਾ ਕੋਈ ਸਵਰਗ ਦੇ ਵਿੱਚ ਕਿਸੇ ਚੀਜ਼ ਦੇ ਅੱਗੇ ਤੂੰ ਮੱਥਾ ਨਹੀਂ ਟੇਕਣਾ। ਤੂੰ ਮੇਰੀ ਆਵਾਜ਼ ਸੁਣੀ ਆ, ਤੂੰ ਮੇਰੀ ਅੱਗ ਦੇ ਵਿੱਚੋਂ ਆਵਾਜ਼ ਸੁਣੀ ਆ, ਸੋ ਤੂੰ ਮੇਰੀ ਆਵਾਜ਼, ਮੇਰੇ ਵਚਨ, ਜੋ ਮੇਰੇ ਸ਼ਬਦ ਨੂੰ, ਜੋ ਮੇਰਾ ਵਚਨ, ਮੇਰੇ ਵਚਨ ਤੇ ਆਪਣਾ ਧਿਆਨ ਦੇਣਾ, ਆਪਣੇ ਲਈ ਦਰਮਿਆਨੀ ਨਹੀਂ ਬਣਾਉਣੀ। ਇਹ ਸਾਰੀਆਂ ਚੀਜ਼ਾਂ ਤੋਂ ਪ੍ਰਭੂ ਨੇ ਸਾਨੂੰ ਮਨਾ ਕੀਤਾ, ਕਿਉਂਕਿ ਸਾਡੇ ਕੋਲ ਇੱਕੋ ਹੀ ਦਰਮਿਆਨੀ ਹੈ, ਪ੍ਰਭੂ ਯਿਸੂ ਮਸੀਹ, ਔਰ ਉਹ ਜਿਉਂਦਾ। ਇਸ ਕਰਕੇ ਸਾਡਾ ਹੋਰ ਕੋਈ ਦਰਮਿਆਨੀ ਨਹੀਂ। ਉਸ ਤੋਂ ਬਾਅਦ ਪ੍ਰਭੂ ਨੇ ਸਬਤ ਦੇ ਲਈ ਸਾਨੂੰ, ਜਿਹੜਾ ਉਹ ਜਿਸ ਤਰ੍ਹਾਂ ਕਿ ਅਸੀਂ ਦੇਖਿਆ ਕਿ ਜਿਹੜਾ ਸਬਤ ਆ ਉਹ ਸਾਡਾ ਤਿਉਹਾਰ, ਉਹ ਤਿਉਹਾਰ ਸਭ ਤੋਂ ਪਹਿਲਾ ਜਿਹੜਾ ਤਿਉਹਾਰ ਪ੍ਰਭੂ ਨੇ ਆਪ ਮਨਾਇਆ ਸੀ ਉਹ ਸਬਤ ਸੀ, ਔਰ ਉਸਨੇ ਆਦਮ ਦੇ ਨਾਲ ਮਿਲ ਕੇ ਮਨਾਇਆ ਸੀ। ਅਗਲੀ ਚੀਜ਼ ਜਿਹੜੀ ਸਾਨੂੰ ਕਹੀ ਗਈ ਆ, ਉਹ ਸਾਨੂੰ ਇਹ ਸਾਰੀਆਂ ਚੀਜ਼ਾਂ ਪ੍ਰਭੂ ਦੇ ਨਾਲ ਔਰ ਆਪਣੇ ਘਰ ਦੇ ਨਾਲ, ਲੇਕਿਨ ਜਿਹੜੀਆਂ ਪਿਛਲੀਆਂ ਜਿਹੜੀਆਂ 5 ਉਹ ਸਾਡੇ ਸਮਾਜ ਦੇ ਨਾਲ। ਧੋਖਾ ਨਹੀਂ ਕਰਨਾ, ਚੋਰੀ ਨਹੀਂ ਕਰਨੀ, ਕਿਸੇ ਦੀ ਚੀਜ਼ ਦੀ ਲਾਲਸਾ ਨਹੀਂ ਕਰਨੀ, ਇਹਨਾਂ ਸਾਰੀਆਂ ਚੀਜ਼ਾਂ ਤੋਂ ਤੂੰ ਬਚ ਕੇ ਰਹਿਣਾ, ਝੂਠ ਨਹੀਂ ਬੋਲਣਾ, ਇਹਨਾਂ ਸਾਰੀਆਂ ਚੀਜ਼ਾਂ ਤੋਂ ਤੂੰ ਬਚ ਕੇ ਰਹਿਣਾ, ਤਾਂ ਕਿ ਪ੍ਰਭੂ ਦੇ ਨਾਲ ਵੀ ਤੇਰਾ ਰਿਸ਼ਤਾ ਠੀਕ ਰਹੇ, ਤੇਰੀ ਕਮਿਊਨਿਟੀ ਦੇ ਵਿੱਚ ਵੀ ਤੇਰਾ ਰਿਸ਼ਤਾ ਠੀਕ ਰਹੇ, ਤੇਰੇ ਘਰ ਦੇ ਵਿੱਚ ਵੀ ਤੇਰਾ ਰਿਸ਼ਤਾ ਠੀਕ ਰਹੇ। Simply, that's what it is. ਬਸ ਇਹ ਹੈ ਨਿਯਮ ਪ੍ਰਭੂ ਦੇ, ਇੰਨੇ ਨਿਯਮ ਆ, ਤੇਰਾ ਤੇ ਮੇਰਾ ਰਿਸ਼ਤਾ ਠੀਕ ਰਹੇ, ਔਰ ਉਹਦੇ ਲਈ ਜਿਹੜੇ ਪਹਿਲੇ ਸਾਨੂੰ ਪ੍ਰਭੂ ਨੇ ਜਿਹੜੇ 4 ਨਿਯਮ ਦਿੱਤੇ। 5ਵਾਂ ਨਿਯਮ ਜਿਹੜਾ ਦਿੱਤਾ ਹੈਗਾ ਸਾਨੂੰ, ਉਹ ਸਾਡੇ ਆਪਣੇ ਘਰਾਣੇ ਦੇ ਲਈ ਆ, ਮਾਂ-ਬਾਪ ਦੇ ਲਈ, ਬੱਚਿਆਂ ਦੇ ਲਈ, ਜਿਹੜਾ ਸਾਨੂੰ ਮਿਲਿਆ, ਔਰ ਜਿਹੜੇ ਬਾਕੀ ਦੇ 5 ਆ ਉਹ ਕਮਿਊਨਿਟੀ ਦੇ ਲਈ। ਲੇਕਿਨ ਕਹਿੰਦਾ ਜਦ ਤੂੰ ਇਹ ਸਾਰੀਆਂ ਚੀਜ਼ਾਂ ਤੂੰ ਕਰੇਂਗਾ ਤਾਂ ਇਹੋ ਹੀ ਜਿਹੜੀਆਂ ਚੀਜ਼ਾਂ ਤੂੰ ਕਰਦਾ ਪਿਆ ਉਹੋ ਹੀ ਤੇਰੇ ਲਈ ਨੁਕਸਾਨ ਦਾ ਕਾਰਨ ਬਣਨਗੇ। ਸੋ ਇਹ ਅਸੀਂ ਉਸ ਨੂੰ ਦੇਖਦੇ ਪਏ ਹਾਂ ਕਿ ਤੇਰਾ ਜਿਹੜਾ ਤੂੰ ਖੇਤ ਤਾਂ ਬੀਜੇਗਾ, ਖਾਏਗਾ ਕੋਈ ਹੋਰ। ਔਰ ਤੂੰ ਦੱਸਿਆ ਕਿ ਤੂੰ ਤੇਰੀਆਂ ਫਸਲਾਂ, ਤੇਰੇ ਬਾਗਾਂ ਨੂੰ, ਤੇਰੇ ਜਿਹੜਾ ਚੀਜ਼ਾਂ ਨੂੰ ਮੈਂ ਬਰਕਤ ਦੇਣੀ, ਜਿਹੜੀਆਂ ਚੀਜ਼ਾਂ ਨੂੰ ਦੀ ਰਾਖੀ ਮੈਂ ਕਰਨੀ ਆ, ਜਿਹੜੀਆਂ ਚੀਜ਼ਾਂ ਨੂੰ ਦਾ ਧਿਆਨ ਮੈਂ ਰੱਖਣਾ, ਜਿਸ ਨੂੰ ਸਮੇਂ ਸਿਰ ਮੀਂਹ ਮੈਂ ਭਰਾਉਣਾ ਔਰ ਫਸਲ ਮੈਂ ਲਾਉਣੀ ਆ, ਉਹ ਕੰਮ ਮੈਂ ਨਹੀਂ ਕਰੂੰਗਾ, ਮੈਂ ਆਪਣੇ ਹੱਥ ਪਿੱਛੇ ਖਿੱਚ ਲਊਂਗਾ। ਪ੍ਰਭੂ ਨੂੰ ਸਾਨੂੰ ਮਾਰਨ ਦੀ ਜ਼ਰੂਰਤ ਨਹੀਂਗੀ, ਬਸ ਸਿਰਫ ਉਸਨੂੰ ਆਪਣਾ ਹੱਥ ਪਿੱਛੇ ਕਰਨ ਦੀ ਜ਼ਰੂਰਤ ਆ, ਬਾਕੀ ਕੰਮ ਅਸੀਂ ਆਪੇ ਕਰ ਲੈਂਦੇ ਹਾਂ। ਆਪਣੇ ਬਹੁਤ ਗੁਣੀ ਆ ਬਾਕੀ ਕੰਮਾਂ ਦੇ ਲਈ, ਅਸੀਂ
ਉਹ ਸਿਰਫ ਆਪਣੇ ਹੱਥਾਂ ਦੀ ਜਿਹੜੀ ਉਹਦੀ ਪ੍ਰੋਟੈਕਸ਼ਨ ਹੁੰਦੀ ਹੈ ਨਾ, ਉਸ ਨੂੰ ਪਿੱਛੇ ਖਿੱਚ ਲੈਂਦਾ। ਦੱਸ ਭਾਈ ਤੂੰ ਕਰ ਲਾ ਜੋ ਕਰਕੇ ਦੇਖਣਾ। ਸੋ ਕੀ ਆ, ਅਸੀਂ ਜਦੋਂ ਪਿੱਛੇ ਦੇਖਿਆ ਸੀਗਾ, ਅਸੀਂ ਜਿਸਲੇ 36ਵੇਂ ਭਾਵ ਦੇ ਵਿੱਚ ਗਏ ਸੀ, ਉੱਥੇ ਲੋਕ ਕੀ ਕਹਿੰਦੇ ਸੀ? ਲੋਕਾਂ ਨੇ ਕਿਹਾ ਕਿ ਇਹਨਾਂ ਨੇ ਆਪਣੇ ਪ੍ਰਭੂ ਦੀ ਆਗਿਆਕਾਰੀ ਨਹੀਂ ਕੀਤੀ, ਸੋ ਉਸਨੇ ਇਹਨਾਂ ਨੂੰ ਜਿਹੜੀ ਧਰਤੀ ਦਿੱਤੀ ਸੀ ਉਸ ਤੋਂ ਇਹਨਾਂ ਨੂੰ ਕੱਢ ਦਿੱਤਾ। ਉਹੀ ਲੋਕ ਜਿਨ੍ਹਾਂ ਨੂੰ ਖੁਸ਼ ਕਰਨ ਦੇ ਲਈ ਇਹ ਸਾਰੇ ਕੰਮ ਕਰਦੇ ਪਏ ਆ, ਉਹੀ ਲੋਕ ਇਹਨਾਂ ਤੇ ਉਂਗਲਾਂ ਚੁੱਕਦੇ ਪਏ। ਸੋ ਇਹ ਜਿਹੜੀ ਕੌਮ ਆ, ਇਹ ਸਾਡੇ ਲਈ ਪ੍ਰਭੂ ਨੇ ਇੱਕ ਉਦਾਹਰਨ ਬਣਾਈ ਹੋਆ, ਔਰ ਇਹਨਾਂ ਦੇ ਨਾਲ ਇਹ ਸਾਰਾ ਕੁਝ ਵਾਪਰਿਆ। ਬਾਕੀ ਸਾਰੀਆਂ ਕੌਮਾਂ ਦੇ ਲਈ ਇਹ ਕੌਮ ਇੱਕ ਉਦਾਹਰਨ ਆ ਕਿ ਜਦ ਤੱਕ ਇਹ ਮੇਰੇ ਨੇਮ ਨੂੰ ਰੱਖਦੇ ਪਏ ਆ, ਇਹਨਾਂ ਦੇ ਕੋਲ ਬਰਕਤ। ਔਰ ਜਦੋਂ ਇਹ ਮੇਰੀ ਪ੍ਰੋਟੈਕਸ਼ਨ ਤੋਂ ਬਾਹਰ ਜਾਂਦੇ ਪਏ ਆ, ਇਹਨਾਂ ਦੇ ਕੋਲ ਬਰਕਤ ਹੈ। ਸਿੰਪਲ। ਸੋ ਆਓ ਹੁਣ ਅਸੀਂ ਇਸ ਨੂੰ ਚੈਪਟਰ ਨੂੰ ਖਤਮ ਕਰੀਏ। 43 ਆਇਤ ਤੋਂ ਲੈ ਕੇ ਹੁਣ ਇਸ ਦੀ 68 ਆਇਤ ਤੱਕ ਦੇਖ। ਹਾਂਜੀ, ਮੈਂ ਪੜ੍ਹ ਦਿੰਦੀ ਬਸ ਵੀ। ਮੇਰੀ ਭੈਣ। ਹਾਂਜੀ, ਤੁਹਾਡੇ ਵਿਚਕਾਰ ਰਹਿ ਰਹੇ ਪਰਦੇਸੀ ਉੱਚੇ ਹੁੰਦੇ ਜਾਣਗੇ, ਪਰ ਤੁਸੀਂ ਹੇਠਾਂ ਹੀ ਡਿੱਗਦੇ ਜਾਵੋਗੇ। ਉਹਨਾਂ ਕੋਲ ਤੁਹਾਨੂੰ ਕਰਜ਼ਾ ਦੇਣ ਦੇ ਲਈ ਧਨ ਹੋਵੇਗਾ, ਪਰ ਤੁਹਾਡੇ ਕੋਲ ਉਹਨਾਂ ਨੂੰ ਦੇਣ ਲਈ ਕੁਝ ਘੱਟ ਵੀ ਨਹੀਂ ਹੋਵੇਗਾ। ਉਹ ਤੁਹਾਡੇ ਅੱਗੇ ਅੱਗੇ ਚੱਲਣਗੇ, ਪਰ ਤੁਸੀਂ ਉਹਨਾਂ ਦੇ ਪਿੱਛੇ ਪਿੱਛੇ ਹੀ ਚੱਲੋਗੇ। ਸੋ ਇਹ ਸਭ ਸ਼ਰਾਪ ਤੁਹਾਡੇ ਉੱਤੇ ਪੈਣਗੇ। ਇਹ ਤੁਹਾਡਾ ਪਿੱਛਾ ਉਸ ਸਮੇਂ ਤੱਕ ਕਰਨਗੇ ਜਦੋਂ ਤੱਕ ਤੁਸੀਂ ਨਾਸ਼ ਨਾ ਹੋ ਜਾਵੋ। ਇਸ ਦਾ ਕਾਰਨ ਇਹ ਹੈ ਕਿ ਤੁਸੀਂ ਪ੍ਰਭੂ ਆਪਣੇ ਪਰਮੇਸ਼ਰ ਦੀ ਆਵਾਜ਼ ਨਾ ਸੁਣੀ ਤੇ ਨਾ ਹੀ ਉਸਦੇ ਦੱਸੇ ਹੁਕਮਾਂ ਤੇ ਵਿਧੀਆਂ ਦੀ ਪਾਲਣਾ ਕੀਤੀ। ਇਹ ਸਭ ਤੁਹਾਡੇ ਲਈ ਅਤੇ ਤੁਹਾਡੀ ਸੰਤਾਨ ਲਈ ਤੁਹਾਡੇ ਤੇ ਪਰਮੇਸ਼ਰ ਦੇ ਨਿਆਂ ਦਾ ਚਿੰਨ੍ਹ ਅਤੇ ਅਚਰਜਤਾ ਠਹਿਰਨਗੀਆਂ। ਇਸ ਗੱਲ ਦਾ ਸਬੂਤ ਹੋਣਗੀਆਂ ਕਿ ਤੁਸੀਂ ਪ੍ਰਭੂ ਆਪਣੇ ਪਰਮੇਸ਼ਰ ਦੀ ਸੇਵਾ ਖੁਸ਼ੀ ਅਤੇ ਪੂਰੀ ਤਰ੍ਹਾਂ ਨਾਲ ਨਹੀਂ ਕੀਤੀ। ਬੇਸ਼ੱਕ ਉਸਨੇ ਤੁਹਾਨੂੰ ਹਰ ਤਰ੍ਹਾਂ ਦੀ ਅਸੀਸ ਵੀ ਦਿੱਤੀ। ਇਸ ਲਈ ਤੁਸੀਂ ਪ੍ਰਭੂ ਦੇ ਤੁਹਾਡੇ ਵਿਰੁੱਧ ਇਕੱਲੇ ਆਪਣੇ ਦੁਸ਼ਮਣਾਂ ਦੀ ਸੇਵਾ ਕਰੋਗੇ। ਉਹ ਤੁਹਾਡੀਆਂ ਧੌਣਾਂ ਤੇ ਲੋਹੇ ਦਾ ਜੂੜਾ ਉਸ ਸਮੇਂ ਤੱਕ ਰੱਖਣਗੇ ਜਦੋਂ ਤੱਕ ਕਿ ਤੁਸੀਂ ਨਾਸ਼ ਨਾ ਹੋ ਜਾਵੋ। ਪ੍ਰਭੂ ਤੁਹਾਡੇ ਵਿਰੁੱਧ ਧਰਤੀ ਦੀਆਂ ਦੂਜੀਆਂ ਹੱਦਾਂ ਤੋਂ ਇੱਕ ਕੌਮ ਨੂੰ ਖੜਿਆ ਕਰੇਗਾ ਜੋ ਤੁਹਾਡੇ ਉੱਤੇ ਕਾਬ ਦੀ ਝੱਪ ਦੀ ਤਰ੍ਹਾਂ ਅਚਾਨਕ ਹੱਲਾ ਕਰੇਗੀ। ਉਸ ਕੌਮ ਦੀ ਤੁਸੀਂ ਬੋਲੀ ਤੱਕ ਨਹੀਂ ਜਾਣਦੇ ਹੋਵੋਗੇ। ਉਹ ਕੌਮ ਪੱਥਰ ਦਿਲ ਹੋਵੇਗੀ। ਉਹ ਤੁਹਾਡੇ ਕਿਸੇ ਵੱਡੇ ਛੋਟੇ ਤੇ ਕਿਸੇ ਤਰ੍ਹਾਂ ਦਾ ਤਰਸ ਨਹੀਂ ਕਰੇਗੀ। ਉਹ ਕੌਮ ਤੁਹਾਡੇ ਜਾਨਵਰਾਂ ਤੇ ਧਰਤੀ ਦੇ ਫਲ ਨੂੰ ਉਸ ਸਮੇਂ ਤੱਕ ਖਾਂਦੀ ਰਹੇਗੀ ਜਦੋਂ ਤੱਕ ਤੁਸੀਂ ਨਾਸ਼ ਨਾ ਹੋ ਜਾਵੋ। ਇੱਥੋਂ ਤੱਕ ਕਿ ਉਹ ਤੁਹਾਡੀ ਫਸਲ, ਅੰਗੂਰ ਤੇ ਮੱਝਾਂ, ਗਾਵਾਂ, ਭੇਡਾਂ, ਬੱਕਰੀਆਂ ਦੇ ਬੱਚਿਆਂ ਤੱਕ ਨੂੰ ਵੀ ਪਿੱਛੇ ਨਹੀਂ ਛੱਡੇਗੀ। ਉਹ ਕੌਮ ਤੁਹਾਡੇ ਸਭ ਨਗਰਾਂ ਤੇ ਉਸ ਸਮੇਂ ਤੱਕ ਹੱਲੇ ਕਰੇਗੀ ਜਦੋਂ ਤੱਕ ਕਿ ਤੁਹਾਡੇ ਨਗਰਾਂ ਦੀਆਂ ਭਰੋਸੇਯੋਗ ਉੱਚੀਆਂ ਤੇ ਪੱਕੀਆਂ ਕੰਧਾਂ ਨਾ ਢਹਿ ਪੈਣ। ਉਹ ਇਸ ਤਰ੍ਹਾਂ ਉਸ ਧਰਤੀ ਦੇ ਸਭ ਨਗਰਾਂ ਨਾਲ ਕਰੇਗੀ ਜੋ ਪ੍ਰਭੂ ਤੁਹਾਡੇ ਪਰਮੇਸ਼ਰ ਨੇ ਤੁਹਾਨੂੰ ਦਿੱਤੀ ਹੈ। ਆਪਣੇ ਦੁਸ਼ਮਣਾਂ ਦੇ ਹੱਲਿਆਂ ਸਮੇਂ ਤੁਸੀਂ ਇੰਨੇ ਤੰਗ ਆ ਜਾਵੋਗੇ ਕਿ ਤੁਹਾਨੂੰ ਪੇਟ ਭਰਨ ਲਈ ਕੁਝ ਨਹੀਂ ਮਿਲੇਗਾ। ਤਦ ਤੁਸੀਂ ਆਪਣੇ ਬੱਚਿਆਂ ਜੋ ਪ੍ਰਭੂ ਤੁਹਾਡੇ ਪਰਮੇਸ਼ਰ ਨੇ ਤੁਹਾਨੂੰ ਦਿੱਤੇ ਹਨ ਦਾ ਮਾਸ ਖਾਵੋਗੇ। ਉਸ ਸਮੇਂ ਤੁਹਾਡੇ ਵਿੱਚ ਨਰਮ ਦਿਲ ਤੋਂ ਨਰਮ ਦਿਲ ਵਾਲਾ ਆਦਮੀ ਵੀ ਪੇਟ ਭਰਨ ਦੇ ਲਈ ਆਪਣੇ ਸਕੇ ਭਰਾ, ਪਿਆਰੀ ਪਤਨੀ, ਬਚੇ ਹੋਏ ਬੱਚੇ ਦੇ ਲਈ ਲਲਚਾਏਗਾ। ਇੱਥੋਂ ਤੱਕ ਕਿ ਉਹ ਆਪਣੇ ਬੱਚੇ ਦਾ ਮਾਸ ਕਿਸੇ ਹੋਰ ਨੂੰ ਨਹੀਂ ਦੇਵੇਗਾ। ਉਸਦੀ ਇਹ ਹਾਲਤ ਉਸਦੇ ਦੁਸ਼ਮਣ ਹੱਲੇ ਨਾਲ ਕਰਨਗੇ। ਇਸ ਤਰ੍ਹਾਂ ਬੁਰਾ ਹਾਲ ਤੁਹਾਡੇ ਸਭ ਨਗਰਾਂ ਵਿੱਚ ਹੋਵੇਗਾ। ਉਸ ਸਮੇਂ ਨਰਮ ਦਿਲ ਤੇ ਨਾਜ਼ੁਕ ਔਰਤ ਜੋ ਆਪਣਾ ਪੈਰ ਧਰਤੀ ਤੇ ਰੱਖਣ ਤੋਂ ਘਬਰਾਉਂਦੀ ਹੋਵੇ, ਇਸ ਸਮੇਂ ਆਪਣੇ ਪਤੀ ਅਤੇ ਸੰਤਾਨ ਦਾ ਮਾਸ ਖਾਣ ਦੀ ਲਾਲਸਾ ਕਰੇਗੀ। ਉਹ ਆਪਣੇ ਨਵ ਜਨਮੇ ਤੱਕ ਨੂੰ ਕਿਸੇ ਚੀਜ਼ ਦੇ ਨਾ ਮਿਲਣ ਕਾਰਨ ਚੁੱਪਚਾਪ ਖਾ ਜਾਵੇਗੀ। ਸੋ ਜੇਕਰ ਤੁਸੀਂ ਪੁਸਤਕ ਵਿੱਚ ਲਿਖੀ ਵਿਵਸਥਾ ਦੀਆਂ ਸਭ ਗੱਲਾਂ ਨੂੰ ਪੂਰਾ ਨਾ ਕਰੋਗੇ ਤੇ ਪ੍ਰਭੂ ਆਪਣੇ ਪਰਮੇਸ਼ਰ ਦੇ ਮਹਿਮਾ ਵਾਲੇ ਅਤੇ ਅਦਭੁਤ ਨਾਂ ਤੋਂ ਨਾ ਡਰੋਗੇ ਤਾਂ ਪ੍ਰਭੂ ਤੁਹਾਡੇ ਤੇ ਅਤੇ ਤੁਹਾਡੀ ਸੰਤਾਨ ਉੱਤੇ ਅਦਭੁਤ ਬਿਮਾਰੀਆਂ ਘੱਲੇਗਾ। ਉਹ ਬਿਮਾਰੀਆਂ ਬਹੁਤ ਭਿਅੰਕਰ, ਦੁਖਦਾਈ ਅਤੇ ਚਿਰ ਤੱਕ ਰਹਿਣ ਵਾਲੀਆਂ ਹੋਣਗੀਆਂ। ਉਹ ਉਹਨਾਂ ਮਿਸਰ ਵਿੱਚ ਤੁਹਾਡੇ ਤੇ ਆਈਆਂ ਬਿਮਾਰੀਆਂ ਨੂੰ ਘੱਲੇਗਾ ਜਿਨ੍ਹਾਂ ਤੋਂ ਤੁਸੀਂ ਛੁਟਕਾਰਾ ਨਾ ਪਾ ਸਕੋਗੇ। ਉਹ ਤੁਹਾਡੇ ਤੇ ਹੋਰ ਬਿਮਾਰੀਆਂ ਤੇ ਬਿਪਤਾਵਾਂ ਘੱਲੇਗਾ ਜਿਨ੍ਹਾਂ ਦਾ ਬਿਆਨ ਇਸ ਵਿਵਸਥਾ ਦੀ ਪੁਸਤਕ ਵਿੱਚ ਵੀ ਨਹੀਂ ਹੈ ਕੀਤਾ ਗਿਆ ਹੈ।
ਇਹ ਸਭ ਉਸ ਸਮੇਂ ਤੱਕ ਹੁੰਦਾ ਰਹੇਗਾ ਜਦੋਂ ਤੱਕ ਕਿ ਤੁਸੀਂ ਨਾਸ਼ ਨਾ ਹੋ ਜਾਵੋ। ਬੇਸ਼ੱਕ ਅੱਜ ਤੁਹਾਡੀ ਗਿਣਤੀ ਆਕਾਸ਼ ਦੇ ਤਾਰਿਆਂ ਜਿੰਨੀ ਹੈ, ਪਰ ਉਸ ਸਮੇਂ ਤੁਹਾਡੀ ਗਿਣਤੀ ਨਾ ਹੋਇਆ ਵਰਗੀ ਰਹਿ ਜਾਵੇਗੀ। ਜਿਸ ਤਰ੍ਹਾਂ ਪ੍ਰਭੂ ਨੇ ਖੁਸ਼ੀ ਦੇ ਨਾਲ ਤੁਹਾਨੂੰ ਹਰ ਤਰ੍ਹਾਂ ਦੀ ਸੀਸ ਦਿੱਤੀ ਅਤੇ ਤੁਹਾਡਾ ਵਾਅਦਾ ਵੀ ਕੀਤਾ, ਉਸੇ ਤਰ੍ਹਾਂ ਖੁਸ਼ੀ ਦੇ ਨਾਲ ਉਹ ਤੁਹਾਨੂੰ ਖਤਮ ਅਤੇ ਨਾਸ਼ ਕਰੇਗਾ। ਸੋ ਤਦ ਤੁਸੀਂ ਉਸ ਧਰਤੀ ਤੋਂ ਮਿਟਾ ਦਿੱਤੇ ਜਾਵੋਗੇ ਜਿਸ ਤੇ ਤੁਸੀਂ ਕਬਜ਼ਾ ਕਰਨ ਜਾ ਰਹੇ ਹੋ। ਤਦ ਪ੍ਰਭੂ ਤੁਹਾਨੂੰ ਸਾਰੀ ਧਰਤੀ ਤੇ ਖਿਲਾਰ ਦੇਵੇਗਾ। ਉੱਥੇ ਤੁਸੀਂ ਲੱਕੜੀ ਅਤੇ ਪੱਥਰਾਂ ਦੇ ਬਣੇ ਹੋਏ ਦੇਵਤਿਆਂ ਦੀ ਪੂਜਾ ਕਰੋਗੇ, ਜਿਨ੍ਹਾਂ ਨੂੰ ਨਾ ਤੁਸੀਂ ਅਤੇ ਨਾ ਹੀ ਤੁਹਾਡੇ ਪੁਰਖੇ ਜਾਣਦੇ ਸਨ। ਉੱਥੇ ਰਹਿੰਦਿਆਂ ਅਰਥਾਤ ਪਰਾਈਆਂ ਕੌਮਾਂ ਵਿੱਚ ਤੁਹਾਨੂੰ ਕਿਸੇ ਤਰ੍ਹਾਂ ਨਾ ਸ਼ਾਂਤੀ ਮਿਲੇਗੀ ਤੇ ਨਾ ਤੁਹਾਡੇ ਪੈਰਾਂ ਨੂੰ ਆਰਾਮ ਮਿਲੇਗਾ। ਸਗੋਂ ਪ੍ਰਭੂ ਤੁਹਾਨੂੰ ਡਰੂ ਦਿਲ, ਧੁੰਦਲੀਆਂ ਅੱਖਾਂ ਤੇ ਮਰਿਆ ਮਨ ਦੇਵੇਗਾ। ਉਸ ਸਮੇਂ ਤੁਹਾਡੇ ਲਈ ਜਿਉਣਾ ਔਖਾ ਹੋ ਜਾਵੇਗਾ। ਰਾਤ ਦਿਨ ਤੁਸੀਂ ਭੈ ਭੀਤ ਰਹੋਗੇ, ਇੱਥੋਂ ਤੱਕ ਕਿ ਤੁਹਾਡੀ ਜੀਉਣ ਦੀ ਆਸ ਹੀ ਖਤਮ ਹੋ ਜਾਵੇਗੀ। ਤੁਸੀਂ ਆਪਣੀਆਂ ਅੱਖਾਂ ਨਾਲ ਜੋ ਕੁਝ ਦੇਖੋਗੇ ਉਸ ਨਾਲ ਇੰਨੇ ਡਰ ਜਾਵੋਗੇ ਕਿ ਤੁਹਾਡਾ ਦਿਲ ਡਰ ਦੇ ਕਾਰਨ ਸਵੇਰ ਹੁੰਦਿਆਂ ਹੀ ਤੁਸੀਂ ਰਾਤ ਦੀ ਉਡੀਕ ਕਰੋਗੇ ਤੇ ਰਾਤ ਹੁੰਦਿਆਂ ਹੀ ਸਵੇਰ ਦੀ ਉਡੀਕ ਕਰੋਗੇ। ਪ੍ਰਭੂ ਤੁਹਾਨੂੰ ਵਾਪਸ ਸਮੁੰਦਰੀ ਜਹਾਜ਼ਾਂ ਦੇ ਰਾਹੀਂ ਮਿਸਰ ਵਿੱਚ ਲੈ ਜਾਵੇਗਾ। ਬੇਸ਼ੱਕ ਇਸ ਦੇ ਬਾਰੇ ਮੈਂ ਤੁਹਾਨੂੰ ਕਿਹਾ ਸੀ ਕਿ ਤੁਸੀਂ ਇਸ ਨੂੰ ਫਿਰ ਨਹੀਂ ਦੇਖੋਗੇ। ਉੱਥੇ ਤੁਸੀਂ ਆਪਣੇ ਦੁਸ਼ਮਣਾਂ ਦੇ ਹੱਥੀਂ ਗੁਲਾਮ ਹੋ ਕੇ ਵਿਕਣਾ ਚਾਹੋਗੇ, ਪਰ ਤੁਹਾਨੂੰ ਕੋਈ ਵੀ ਨਹੀਂ ਖਰੀਦੇਗਾ। ਕੋਈ ਨਹੀਂ ਖਰੀਦੇਗਾ, ਤੁਹਾਨੂੰ ਕੋਈ ਵੀ ਨਹੀਂ ਖਰੀਦੇਗਾ। ਕੱਲ ਨੂੰ ਅਸੀਂ ਇਸ ਨੂੰ ਖੋਲਾਂਗੇ ਜਿਸਲੇ ਰਾਜਿਆਂ ਦੀ ਪੋਥੀ ਦੇ ਵਿੱਚੋਂ ਔਰ ਜਰਮਾਇਆ ਦੇ ਵਿੱਚੋਂ ਦੇਖਾਂਗੇ, ਔਰ ਕੁਛ ਹਿੱਸੇ ਅਸੀਂ ਦੇਖਾਂਗੇ ਦੂਸਰੇ ਇਤਿਹਾਸ ਦੇ ਵਿੱਚੋਂ। ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਜਿੱਦਾਂ ਪ੍ਰਭੂ ਨੇ ਕਹੀਆਂ ਉਦਾਂ ਪੂਰੀਆਂ ਜਿੱਦਾਂ ਪ੍ਰਭੂ ਨੇ ਕਿਹਾ ਕਿ ਤੁਹਾਡਾ ਖਲਾਰਾ ਪਾ ਦਿੱਤਾ ਜਾਏਗਾ। ਬੰਬੇ ਤੋਂ ਲੈ ਕੇ, ਇੰਡੀਆ ਦੇ ਬੰਬੇ ਤੋਂ ਲੈ ਕੇ ਸੀਰੀਆ ਤੱਕ, ਸੀਰੀਆ ਤੋਂ ਲੈ ਕੇ ਅੱਜ ਜਿਹੜਾ ਅਸੀਂ ਜਿਹੜਾ ਅਫਰੀਕਾ ਦੇ ਦੇਸ਼ਾਂ ਤੱਕ ਇਹਨਾਂ ਨੂੰ ਪ੍ਰਭੂ ਨੇ ਖਿਲਾਰਤਾ ਸੀ, ਇਹਨਾਂ ਨੂੰ ਖਿਲਾਰਤਾ ਸੀ। ਔਰ ਉਸ ਦੇ ਬਾਰੇ ਅਸੀਂ ਚੇਲਿਆਂ ਦੇ ਕਰਤੱਵ ਦੇ ਦੂਸਰੇ ਭਾਗ ਵਿੱਚ ਪੜ੍ਹਦੇ ਹਾਂ, ਜਿੱਥੇ ਉਹ ਕਹਿ ਰਹੇ ਆ ਕਿ ਵੱਖ-ਵੱਖ ਦੇਸ਼ਾਂ ਤੋਂ ਆਏ ਯਹੂਦੀ ਉੱਥੇ ਇਕੱਠੇ ਹੋਏ ਸੀ। ਸੋ ਪ੍ਰਭੂ ਦੇ ਨਿਯਮ ਇੰਨੇ ਔਖੇ ਨਹੀਂ ਹੈਗੇ, ਉਹਨਾਂ ਨੂੰ ਮੰਨਣ ਦੇ ਨਾਲ ਬਰਕਤ ਬਹੁਤ ਮਿਲਦੀ, ਇੱਕ ਆਨੰਦ ਬਹੁਤ ਮਿਲਦਾ ਕਿ ਡਰ ਕੋਈ ਨਹੀਂ ਹੁੰਦਾ, ਕੋਈ ਡਰ ਨਹੀਂ ਹੁੰਦਾ ਕੱਲ। ਇੱਥੇ ਤੱਕ ਕਿ ਮੌਤ ਦਾ ਡਰ ਵੀ ਖਤਮ ਹੋ ਜਾਂਦਾ, ਬੰਦੇ ਨੂੰ ਮੌਤ ਦਾ ਡਰ ਵੀ ਨਹੀਂ ਹੁੰਦਾ, ਕਿਉਂਕਿ ਉਸਨੂੰ ਪਤਾ ਹੈ ਮੈਂ ਕਿੱਥੇ ਜਾ ਰਿਹਾ। ਮੁਕਤੀ ਦੀ ਜਿਹੜੀ ਖੁਸ਼ੀ ਹੈ ਨਾ, ਉਹ ਫਿਰ ਦਿਲ 'ਚ ਆਉਣੀ ਸ਼ੁਰੂ ਹੋ। ਸਭ ਤੋਂ ਜਿਹੜੀ ਔਖੀ ਚੀਜ਼ ਹੈ ਨਾ, ਉਹ ਇਹ ਨਹੀਂ ਕਿ ਪਵਿੱਤਰ ਆਤਮਾ ਦੇ ਨਾਮ 'ਚ ਸਾਨੂੰ ਕਿਹੜੀਆਂ ਚੀਜ਼ਾਂ ਮਿਲ ਜਾਂਦੀਆਂ। That's not a big deal। ਜਿਹੜੀ ਸਭ ਤੋਂ ਜ਼ਿਆਦਾ ਜਿਹੜੀ ਇੰਪੋਰਟੈਂਟ ਆ ਉਹ ਮੁਕਤੀ ਦੀ ਖੁਸ਼ੀ ਹੈ, ਜਿਹੜੀ ਸਾਨੂੰ ਪ੍ਰਭੂ ਯਿਸੂ ਮਸੀਹ ਦੇ ਵਿੱਚ ਮੁਕਤੀ ਮਿਲੀ, ਔਰ ਇੱਕੋ ਹੀ ਨਾਮ ਦੇ ਵਿੱਚ ਉਹ ਮੁਕਤੀ ਹੈ, ਇੱਕੋ ਹੀ ਲਹੂ ਦੇ ਵਿੱਚ ਉਹ ਮੁਕਤੀ ਹੈ। ਉਹਦੀ ਜਿਹੜੀ ਖੁਸ਼ੀ ਹੈ ਉਹ ਇਨਸਾਨ ਨੂੰ ਜੀਂਦੇ ਜੀ ਹੋਣੀ ਸ਼ੁਰੂ ਹੋ ਜਾਂਦੀ। ਦੂਜੇ ਕਹਿੰਦੇ ਜਦ ਤੂੰ ਮੁਕਤ ਹੋ ਜਾਏਗਾ ਤੇ ਫਿਰ ਤੈਨੂੰ ਖੁਸ਼ੀ ਮਿਲੇਗੀ। ਅਸੀਂ ਧਰਤੀ ਤੇ ਉਸ ਨੂੰ ਖੁਸ਼ੀ ਦਾ ਆਨੰਦ ਮਨਾਉਣ ਲੱਗ ਪਏ। ਬਾਕੀ